सत श्री अकाल दोस्तों, प्रोग्राम की हाल है मेरे शहर का तुहाडा बहुत बहुत स्वागत। अज 24 अगस्त 2022 तो सवेर के 9 वजन च मैं लगता कुछ ही सैकंड रहिंदे ने मेरी घड़ी ते। बठिंडे की लाल सिंह बस्ती कह दें, लाल सिंह नगर कह दें, उत्थे गली नंबर 2 दे विच मैं खड़ा। मेन रोड वो है, वो सामने दिख रही तुहानूं ते ये लास्ट आ जाता है। पहला तो कल एक सज्जन का फोन आया कि सर एक इदा आ साडी गली दे विच तुसीं आके देख लो, साडे नाल पार्शैलिटी हुई है। रीजन इज दिस के 1 नंबर ते 2 नंबर जिहड़ियां गलियां ने उन्हां दे विच टाइलां नहीं लगियां, बाकी सारियां गलियां च जिहड़ियां नेड़े तेड़े ने उन्हां च लग गईयां ते पता नहीं साडे क्यों नहीं लगियां। मैं कहा चलो ये भी देख लैंदे आ, पर मैं तुहानूं एक वारी गल दिखावां कि लैवल एक वारी थल्लेओं देख लो, बिल्कुल कैमरा इस देखो तुसीं, तुहानूं लैवल इस रोड का मेन रोड तो जिन्नी भी ढलान है सारी इत्थे आ रही है। दूरों ये सारी इत्थे ढलान आके जिन्ना भी पानी मेन रोड तो आना वो इस थां दे उत्ते मैनूं लगदा जाम हो जाता। हुण इत्थे तुसीं ये वेखो कि हले भी इत्थे थल्ले सड़क है, उहदे उत्ते ये मिट्टी है जिहड़ी इन्नी कुछ पाई गई है। इत्थों लैके वो परले पासे सारे गली दे सज्जन खड़े ने, उत्थों तक दिखाओ। ये कोई ये मन के चलीए भी 60-70 फुट का जिहड़ा टोटा है उहदे विच ये सारा कुछ किया गया। ये हुण पुछदे आं आपां भी मसला की है। जिन्हां दा फोन आया सी, बेटा जी आ जाओ एक बारी अगे, भी की है की प्रॉब्लम। तुहाडा फोन आया सीगा कि साडियां 2 गलियां ने जिन्हां दे विच टाइलां नहीं लगियां, साडा आ जिहड़ा पोर्शन है बहुत नीवां है, साडी सुनवाई नहीं हो रही। नाम की तुहाडा? सर मेरा नाम ऐशਦੀप सिंह है जी। हाँ जी, अज तो तकरीबन साल 1.5 साल पहला ही MC साहब ਨੂੰ ਅਸੀਂ ਸਾਡੀ ਸਾਰੀ ਗਲੀ ਨੇ MC ਕੌਣ ਹੈ? ਸੰਜੇ ਬਿਸਵਾਲ ਜੀ ਨੇ। ਵੈਸੇ ਇਹਨਾਂ ਦੀ ਵਾਈਫ ਨੇ ਇਹਨਾਂ ਇਹ ਕਰਦੇ ਨੇ ਉਹਨਾਂ ਦਾ ਮੈਨੂੰ ਲੱਗਦਾ ਕੰਮ। ਹਾਂਜੀ, ਤੇ ਅਸੀਂ ਸਾਲ ਪਹਿਲਾਂ ਇਹਨਾਂ ਨੂੰ ਸਾਰੀ ਗਲੀ ਨਾਲ ਸਹਿਮਤੀ ਨਾਲ ਅਸੀਂ ਕਿਹਾ ਸੀ ਵੀ ਗਲੀ ਉੱਚੀ ਚੱਕੀ ਜਾਵੇ, ਪਰ ਇਹਨਾਂ ਨੇ ਕੀ ਕੀਤਾ ਜੀ, ਸਾਰੀਆਂ ਗਲੀਆਂ ਉੱਚੀਆਂ ਚੱਕਦੀਆਂ। ਜਿਨ੍ਹਾਂ 'ਚ 2 ਗਲੀਆਂ 'ਚ ਪਾਣੀ ਖੜਦਾ ਸੀਗਾ ਉਹ ਗਲੀਆਂ ਰਹਿ ਗਈਆਂ ਇਕੱਲੀਆਂ ਹੀ। ਇਹ ਨਹੀਂ ਸਾਨੂੰ ਪਤਾ, ਕਾਰਨ ਹੁਣ ਇਹਨਾਂ ਨੂੰ ਪਤਾ। ਤੁਸੀਂ ਇਹਨਾਂ ਨੂੰ ਕਦੀ ਪੁੱਛਿਆ ਵੀ ਕੀ ਚੱਕਰ ਕੀ ਹੈ? 15 ਦਿਨਾਂ ਬਾਅਦ ਮਹੀਨੇ ਬਾਅਦ ਫੋਨ ਕਰਦੇ ਰਹਿੰਦੇ ਆ ਜੀ। ਇਹ ਕਹਿੰਦੇ ਕਦੇ ਟੈਂਡਰ ਨਹੀਂ ਹੋਇਆ, ਪਰ ਸਾਡੇ ਕੋਲ ਰਿਕਾਰਡਿੰਗਾਂ ਹੈਗੀਆਂ, ਸਾਨੂੰ ਵਧਾਈਆਂ ਵੀ ਦਿੰਦੇ ਆ ਵੀ ਵਧਾਈਆਂ ਹੁਣ ਵੀ ਟੈਂਡਰ ਹੋ ਚੁੱਕਿਆ, ਪੈਸੇ ਆ ਚੁੱਕੇ, ਤੁਹਾਡੀ ਗਲੀਆਂ ਪੈ ਜਾਣਗੀਆਂ। ਕਿੰਨੀ ਪੁਰਾਣੀ ਗੱਲ ਹੈ? ਇਹ ਹੁਣੇ ਦੀ ਗੱਲ ਹੈ ਜੀ। 21 ਜੁਲਾਈ ਦੀ ਗੱਲ ਹੈ। ਮੇਰੇ ਠੇਕੇਦਾਰ ਨਾਲ ਮੇਰੀ ਰਿਕਾਰਡਿੰਗ ਬਾਰੇ ਗੱਲ ਹੋਈ ਸੀ। ਉਹ ਕਹਿੰਦਾ ਮੈਨੂੰ ਕਹਿੰਦਾ ਪੇਮੈਂਟ ਮੈਨੂੰ ਕਹਿੰਦਾ ਹੋ ਚੁੱਕੀ ਹੈ, ਮੈਂ ਤੁਹਾਡਾ ਕਹਿੰਦਾ ਕੱਲ ਨੂੰ ਕੰਮ ਕਹਿੰਦਾ ਮੈਂ ਸ਼ੁਰੂ ਕਰ ਦੂੰਗਾ। ਐਟ ਪ੍ਰੈਜ਼ੈਂਟ ਜਿਹੜਾ ਮੌਸਮ ਕਹਿੰਦਾ ਇਹ ਖਰਾਬ ਹੈ, ਕੱਲ ਨੂੰ ਕਹਿੰਦਾ ਸ਼ੁਰੂ ਹੋ ਜੂ ਆਪਣੇ ਕੰਮ। 21 ਜੁਲਾਈ ਦੀ ਗੱਲ ਹੈ। ਮੇਰੇ ਕੋਲ ਰਿਕਾਰਡਿੰਗ ਵੀ 1 ਮਹੀਨੇ ਤੋਂ ਉੱਤੇ ਟੱਪ। ਹਾਂ 1 ਮਹੀਨਾ 4 ਦਿਨ ਉੱਪਰ ਹੀ ਹੋ ਗਿਆ। ਅੱਛਾ, ਜਿਹੜੀਆਂ ਇਹ ਨਾਲ ਦੀਆਂ ਗਲੀਆਂ ਦੇ ਵਿੱਚ ਟਾਈਲਾਂ ਪਈਆਂ ਸੀ ਇਹ ਕਦੋਂ ਪਈਆਂ? ਉਹ ਵੋਟਾਂ ਤੋਂ ਪਹਿਲਾਂ ਪਈਆਂ ਜੀ ਆਪਣਾ। ਵੇਲੇ ਪਈਆਂ ਜਦੋਂ ਆਪਣੇ ਤੁਹਾਡੇ ਕਿਉਂ ਨਹੀਂ ਪਈਆਂ ਉਦੋਂ? ਇਹ ਤਾਂ ਆਪਣਾ MC ਸਾਹਿਬ ਦੱਸ ਸਕਦੇ ਨੇ। MC ਸਾਹਿਬ ਦੱਸੋ। ਵੈਸੇ MC ਸਾਡੀ ਭੈਣ ਹੈ। ਸੰਜੇ ਇੱਧਰ ਆ ਜਾਓ ਤੁਸੀਂ ਥੋੜਾ ਜਿਹਾ। ਠੀਕ ਹੋ? हाँ जी बढ़िया जी। ਇਹ ਕੀ ਚੱਕਰ ਹੈ ਵੀ ਇਹ 2 ਗਲੀਆਂ ਨਾਲ ਕੋਈ ਵਾਇਰ ਸੀ? ਨਹੀਂ ਜੀ ਕੀ ਸੀ ਵਿੱਕੀ ਜੀ, ਇਹਦੀ 2 ਗਲੀਆਂ ਮੇਰੇ ਲਈ ਯਾਨੀ ਕਿ ਉਪਲਬਧੀ ਸੀ। ਮੈਂ ਯਾਨੀ ਕਿ ਵੀ ਜਦੋਂ ਕੌਂਸਲਰ ਪਹਿਲੇ ਤਾਂ ਵਿਧਾਨ ਸਭਾ ਆ ਗਈਆਂ, ਇਹਨਾਂ ਗਲੀਆਂ ਦੇ ਵਿੱਚ ਕਿ ਦੋਨਾਂ ਗਲੀਆਂ ਦੇ ਵਿੱਚ ਯਾਨੀ ਕਿ ਨਾਲੀਆਂ ਹੁੰਦੀ ਸੀ छोटी जी, जो नरक मैनू भी लगता है। जो चुनाव च मैं आया तो महसूस भी यार लोग इन्ने अच्छे हैं और 1-2 गलियां सिर्फ रह रही हैं। ਇਹ ਰਾਜਨੀਤਿਕ ਅੱਛੇ ਕਿ ਵਾਕਈ ਅੱਛੇ ਹੈ? ਰਾਜਨੀਤਿਕ ਨਹੀਂ ਕਹੂੰਗਾ। ਇਹਦਾ ਕੀ ਹੈ, ਜਦੋਂ ਸਾਡੇ ਚੁਣਾਵ ਉਸ ਤੋਂ ਪਹਿਲੇ ਇਹਨਾਂ ਗਲੀਆਂ 'ਚ ਪ੍ਰੀਮਿਕਸ ਪੈਕ ਚੁੱਕਿਆ ਸੀ, ਕੋ ਜਿਹੜਾ ਟੈਕਨੀਕਲ ਪੁਆਇੰਟ ਆਫੀਸਰ ਦੱਸਦੇ ਆ। ਮੈਨੂੰ ਅੱਜ ਵੀ ਇਹਨਾਂ ਗਲੀਆਂ ਨਾਲ ਪਿਆਰ ਹੈ ਔਰ ਮੇਰੇ ਹੀ ਪਰਿਵਾਰ ਹੈ ਔਰ ਮੇਰਾ ਹੀ ਨਗਰ ਹੈ। ਠੀਕ ਹੈ ਨਾ। ਨਾਰੇਬਾਜ਼ੀ ਫਿਰ ਕਿਉਂ ਆ ਜੇ ਪਿਆਰ ਹੈ ਤਾਂ? ਕਾਰਨ ਇਹਦਾ ਕਾਰਨ ਆਫੀਸਰ ਜਦੋਂ ਵੀ ਮੈਂ ਗਿਆ ਕਹਿੰਦੇ ਜੀ ਦੇਖੋ ਆਪਾਂ ਹੁਣ 6 ਮਹੀਨੇ ਪਹਿਲੇ ਮੈਨੂੰ ਇਹ ਸੀ ਵੀ ਜਦੋਂ ਸਾਰੀ ਗਲੀਆਂ 'ਚ ਅਸੀਂ 2 ਭੇਦ ਨਹੀਂ ਕਰਨੇ ਚਾਹੀਦੇ, ਜੋ 4-5 ਗਲੀਆਂ ਆਪਾਂ ਉਹਨਾਂ 'ਚ ਟੈਲਾਂ ਲਾ ਕੇ ਤੇ ਇਹ 2 ਗਲੀਆਂ ਇੰਨਾ ਨਰਕ ਹੈ ਤੇ ਇਹਨਾਂ 'ਚ ਵੀ ਆਪਾਂ ਉਹ ਕਹਿੰਦੇ ਸਰ ਆਪਾਂ ਇਹ ਨਾਲੀ ਬੰਦ ਕਰਾ ਕੇ ਉਸ ਤੋਂ ਬਾਅਦ ਅਗਰ ਮੈਂ ਜੇਈ ਸਾਹਿਬ ਨੂੰ ਪੁੱਛਦਾ, ਕਮਿਸ਼ਨਰ ਸਾਹਿਬ ਜਿੱਦੇ ਜੁਆਇਨਿੰਗ ਹੋਇਆ ਤਾਂ 6 ਮਹੀਨੇ ਹੋ ਗਏ ਜੇ ਕਮਿਸ਼ਨਰ ਸਾਹਿਬ ਨੂੰ ਜੁਆਇਨਿੰਗ ਨਾਲ ਦੇ ਨਾਲ ਮੈਂ 4-5 ਦਿਨਾਂ ਬਾਅਦ ਉਹਨਾਂ ਨੂੰ ਵੈਲਕਮ ਕਰਨ ਗਿਆ ਔਰ ਇਹਨਾਂ ਦਾ ਮੈਂ ਕਿਹਾ ਕਮਿਸ਼ਨਰ ਸਾਹਿਬ 1-2 ਗਲੀਆਂ ਮੈਂ ਗੰਗਾ ਜੀ ਨਹਾ ਲੂੰਗਾ, ਅਗਲੀ ਵਾਰ ਮੈਂ ਕੀਤਾ ਚੁਣਾਵ ਲੜਨਾ ਨਹੀਂ ਲੜਨਾ, ਪਰ ਇਹ ਵੀ ਇੰਨਾ ਕਿ ਜੇ 2 ਗਲੀਆਂ ਅਗਰ ਕਲੀਅਰ ਹੋ ਜਾਏ ਤੇ ਮੈਂ ਵੀ ਆਪਣੇ ਆਪ ਨੂੰ ਧੰਨ ਹੋ ਜਾਊਂਗਾ ਵੀ ਯਾਰ ਜੋ ਸਾਰੀ ਗਲੀਆਂ ਹੋ ਗਈ ਤਾਂ ਇਹ ਵੀ ਕੰਪਲੀਟ ਹੋ ਜਾਏ। ਮੈਡਮ ਨੇ ਨੋਟ ਕੀਤਾ, ਉਹ ਕਹਿੰਦੇ ਮੈਂ ਕੰਮ ਰੋਕਿਆ ਹੋਇਆ। ਕਈ ਵਾਰੀ ਕੀ ਹੁੰਦਾ ਵੀ ਕੰਮ ਕਾਗਜ਼ਾਂ ਦੇ ਵਿੱਚ ਹੋ ਜਾਂਦੇ ਆ ਤੇ ਮੈਂ ਵਿਜ਼ਿਟ ਕਰੇ ਬਗੈਰ ਮੈਂ ਕੋਈ ਕੰਮ ਨਹੀਂ ਚਲਾਉਂਦੀ। ਮੇਰੀ ਬੇਨਤੀ ਸੁਣੋ, ਤੁਸੀਂ ਉਹਨਾਂ ਨੂੰ ਇਹ ਦੱਸਣਾ ਸੀ ਵੀ ਮੈਡਮ ਜੀ ਇਹ ਕੰਮ ਨਹੀਂ ਹੋਏ, ਕਾਗਜ਼ਾਂ ਦੀ ਗੱਲ ਵੱਖਰੀ ਹੁੰਦੀ ਹੈ। ਹੁੰਦਾ ਕੀ ਹੈ ਵੀ ਜਦੋਂ ਤੁਸੀਂ ਇਹ ਦੱਸਤਾ MC ਤੇ ਕੀ ਵੀ ਉਹਨਾਂ ਨੂੰ ਵਿਸ਼ਵਾਸ ਨਹੀਂ?
ਨਹੀਂ ਉਹਨਾਂ ਨੇ ਮੇਰੀ ਬੇਨਤੀ ਮੈਂ ਉਹੀ ਕਹਿੰਦਾ ਵੀ ਜੇ ਤਾਂ ਐਮਸੀ ਤੇ ਵਿਸ਼ਵਾਸ ਨਹੀਂ ਵੀ ਭਾਈ ਐਮਸੀ ਪੈਸੇ ਖਾ ਗਿਆ ਹੁਣ ਠੇਕੇਦਾਰ ਨਾਲ ਰਲ ਕੇ, ਤੇ ਮੈਂ ਤੇਰੀ ਗੱਲ ਨਹੀਂ ਮੰਨਦੀ। ਤੁਸੀਂ ਤਾਂ ਸਗੋਂ ਇਹ ਕਹਿ ਰਹੇ ਹੋ ਵੀ ਮੈਡਮ ਉਹ 2 ਗਲੀਆਂ ਰਹਿ ਗਈਆਂ, ਤੁਸੀਂ ਇਹ ਕਹਿ ਰਹੇ ਹੋ ਨਾ। ਜੀ। ਪਹਿਲੀ ਗੱਲ। ਹੁਣ ਆਪਾਂ ਜੀ ਦੂਜੀ ਗੱਲ, ਜਦੋਂ ਆ ਸਾਰੀਆਂ ਸੜਕਾਂ ਬਣ ਗਈਆਂ, ਕੰਟੀਨਿਊਸਲੀ ਹੁੰਦਾ ਨਾ ਵੀ ਜਾਂ ਤਾਂ ਤੁਸੀਂ 1 ਨੰਬਰ ਤੋਂ ਸ਼ੁਰੂ ਕਰ ਲਓ ਜਾਂ ਲਾਸਟ ਵਾਲੇ ਤੋਂ ਸ਼ੁਰੂ ਕਰ ਲਓ, ਕੋਈ ਵੀ ਕੰਮ। 1 ਮਿੰਟ ਪਲੀਜ਼। ਜੇ ਆਪਾਂ ਮੰਨ ਕੇ ਚੱਲੇ ਵੀ ਲਾਸਟ ਤੋਂ ਸ਼ੁਰੂ ਕਰਦੇ ਆ ਤਾਂ ਵੀ ਇਹ ਆ ਗਈਆਂ 1-2 ਨੰਬਰ ਗਲੀ, ਹਨਾ। ਤੇ ਫਿਰ ਆ ਜਿਹੜੀ ਗਲੀ ਹੈ ਸੌਰੀ ਉਸ ਤੋਂ ਪਹਿਲਾਂ ਵਾਲੀ, ਹਨਾ, ਇਹ 2 ਗਲੀਆਂ ਜਿਹੜੀਆਂ ਇਹ ਕਿਉਂ ਰਹਿ ਗਈਆਂ? ਕਿਉਂਕਿ ਉਦੋਂ ਪਰਲੀਆਂ ਜਿਹੜੀਆਂ ਗਲੀਆਂ ਨੇ ਉਹਨਾਂ 'ਚ ਪਾਈ ਹੋਈ ਹੈ ਤੇ ਰੀਜ਼ਨ ਉਹਦਾ ਕਾਰਨ ਵਿੱਕੀ ਜੀ ਮੈਂ ਦੱਸਦਾ, ਉਹ ਜਿਹੜੀ ਗਲੀਆਂ 'ਚ ਜਿਹੜੀ ਟੈਲਾਂ ਲੱਗੀਆਂ ਉਹ ਪੁਰਾਣੀ ਟੈਲਾਂ ਪੱਟ ਕੇ ਉੱਚੀ ਕਰਕੇ ਉਹਨਾਂ ਨੂੰ ਮੇਨਟੇਨ, ਜਿਵੇਂ ਇਹ ਗਲੀ ਇਹ ਪ੍ਰੀਮਿਕਸ ਪਿਆ ਹੋਇਆ ਸੀ, ਉਹ ਟੈਲਾਂ ਆਲਰੇਡੀ ਲੱਗੀ ਹੋਈ ਸੀ ਪੁਰਾਣੀ ਤੇ ਉਹ 'ਚ ਉਸ ਤੋਂ ਬਾਅਦ ਇਹਨਾਂ 'ਚ ਪ੍ਰੀਮਿਕਸ ਪਾਇਆ ਹੋਇਆ ਸੀ। ਔਰ ਇਹ ਜਿਹੜਾ ਕੰਮ ਹੈ ਜਦੋਂ ਮੈਂ ਕਾਉਂਸਲਰ ਬਣਿਆ ਉਸ ਤੋਂ ਪਹਿਲੇ ਦੇ ਟੈਂਡਰ ਸੀ, ਨਾ ਕਿ ਅੱਜ ਹੋਏ ਆ ਟੈਂਡਰ ਜਿਹੜੇ ਕੰਮ ਚੱਲੇ, ਵਰਕ ਚੱਲੇ। ਚਲੋ ਗੱਲ ਵੱਡੀ ਤੁਹਾਡੀ ਕਰ ਲੈਣੇ ਵੀ ਉਦੋਂ ਪਹਿਲਾਂ ਦੇ ਟੈਂਡਰ ਹੋਏ ਸੀ, ਪਰ ਉਹਨਾਂ ਟੈਂਡਰਾਂ ਦੇ ਵਿੱਚ ਹੋਏ ਤਾਂ ਸਾਰੇ ਇਕੱਠੇ ਹੋਣੇ ਨਾ। ਉਹਦਾ ਇਹ ਹੋਇਆ ਵੀ 2 ਗਲੀਆਂ ਛੱਡ ਦਿਓ ਬਾਕੀ ਦੇ ਟੈਂਡਰ ਹੋ ਗਏ। ਹਾਂਜੀ, ਇੱਕ ਮੈਂ ਤੁਹਾਨੂੰ ਕਲੀਅਰ ਦੱਸ ਦਿੰਦਾ, ਦੇਖੋ ਪੰਚਾਇਤ ਤੋਂ ਕਦੇ ਵੀ ਨਹੀਂ ਹੈ, ਉਹ ਜਿਹੜੀ 3 ਨੰਬਰ ਗਲੀ ਹੈ ਵੋਟਾਂ ਤੋਂ ਪਹਿਲੇ, ਉਹਦਾ ਬਾਲਾ ਇਹੀ ਹਾਲ ਸੀ। ਇਹ ਜਿਹੜੀ 3 ਗਲੀ ਹੈ ਉਹਦਾ ਹੀ ਜ਼ਰੂਰ ਮੈਂ ਇੱਕੋ ਟੈਲਾਂ ਜਿਹੜੀ ਨੀਵੀਂ ਵਾਲੀ ਸੀ ਉਹਨੂੰ ਕੰਪਲੀਟ ਕਰਾਇਆ ਮੈਂ ਵੋਟਾਂ ਤੋਂ ਪਹਿਲੇ ਵੋਟਾਂ ਤੋਂ ਪਹਿਲੇ ਕੰਪਲੀਟ ਹੋ ਗਈ ਸੀ। ਚਲੋ ਉਹਦਾ ਡੇਟ ਵੀ ਯਾਨੀ ਹੋ ਜੂਗਾ, ਆਪਾਂ ਨੂੰ ਕੋਈ ਇਹ ਵੱਡੇ ਵੀਰ ਹੈ ਔਰ ਮੈਨੂੰ ਵੀ ਹਮਦਰਦੀ ਹੈ ਕਿਉਂਕਿ ਇਹ 2 ਗਲੀਆਂ ਸਰ ਮੈਂ ਕਹਿੰਦਾ ਉਹ ਤੁਸੀਂ ਕਰਵਾਤੀ। ਹਾਂਜੀ, ਤੇ ਇਹ ਕੋਈ ਪਹਾੜ ਤੇ ਬੈਠੇ ਸੀਗੇ ਲੋਕ? ਇਹਦਾ ਟੈਂਡਰ ਹੋ ਚੁੱਕਿਆ ਸੀ ਜੀ, ਇਹਦਾ ਟੈਂਡਰ ਹੋ ਚੁੱਕਿਆ ਸੀ। ਉਹ ਤੁਸੀਂ ਬਿਨਾਂ ਟੈਂਡਰ ਤੋਂ ਪਵਾਈ ਸੀ? ਹਾਂਜੀ, ਉਹ ਵੀ ਟੈਂਡਰ ਹੋ ਚੁੱਕਿਆ। ਇਹਦਾ ਕਾਰਨ ਮੈਂ ਦੱਸਦਾ, ਇਹ ਠੇਕੇਦਾਰ ਦੀ ਜਾਂ ਨਗਰ ਨਿਗਮ ਜਦੋਂ ਸਰਕਾਰਾਂ ਬਦਲਦੀ ਹੈ, ਜਦੋਂ ਬੰਦੇ ਦੇ ਕੋਲੇ ਉਹ ਸੁਭਾਵਿਕ ਹੈ, ਅਗਰ ਆਪਣੇ ਪਰਿਵਾਰ 'ਚ ਅਗਰ ਮਾਲੀ ਹਾਲਤ ਜਿਹੜਾ ਮਾਲਿਕ ਨਾ ਰਹੇ ਨਾ ਸਿਰ ਤੇ, ਜਿਸ ਤੇ ਉਹਦਾ ਉਹ ਹੁੰਦਾ ਵਿਤਕਰਾ ਵਾਲਾ ਕੰਮ ਹੋ ਜਾਂਦਾ। ਜਦੋਂ ਦੀ ਸਰਕਾਰ ਬਦਲੀ ਹੈ, ਅਗਰ ਮੈਂ ਕਹਿ ਸਕਾਂ, ਤੇ ਆਫੀਸਰ ਇਹ ਕਹਿੰਦੇ ਵੀ ਅਸੀਂ ਪਹਿਲੇ ਤਾਂ ਕਹਿੰਦੇ ਵੀ ਯਾਨੀ ਕਿ ਅਸੀਂ ਸੜਕ ਪੂਰੀ ਕੰਪਲੀਟ ਕਰਦੇ ਆ, ਮੈਂ ਗਲੀ ਵਾਲਿਆਂ ਨੂੰ ਵਧਾਈ ਦੇ ਦੇਣਾ। ਉਸ ਤੋਂ ਬਾਅਦ ਚੈਪਟਰ ਕੀ ਹੁੰਦਾ ਹੈ ਵੀ ਯਾਰ ਅਸੀਂ ਤਾਂ ਦੇਖੋ ਨਈ ਸਰਕਾਰ ਨੇ ਕੀ ਪਾਲਿਸੀ ਬਣਾਈ ਹੈ ਵੀ ਜਿਹੜਾ ਤੁਹਾਡਾ ਸਕੋਪ ਹੈ ਨਾਲੀ ਬੰਦ ਕਰਨ ਦਾ ਉਹੀ ਕੰਮ ਕਰਨਾ, ਅਸੀਂ ਦੂਜਾ ਨਹੀਂ ਕੰਮ ਨਹੀਂ ਕਰ ਸਕਦੇ। ਤੁਸੀਂ ਮੇਰੀ ਗੱਲ ਨੂੰ ਫੇਰ ਸਮਝੇ ਜੀ। ਤੁਸੀਂ ਪਤਾ ਕੀ ਹੈ, ਇਹ ਗੱਲ ਸੋਚੋ ਵੀ ਜਦੋਂ ਇਹ ਟੈਂਡਰ, ਇਹ ਜਿਹੜੀ ਪਹਿਲੀ ਗਲੀ ਆਹ ਗਲੀ ਹੈ, ਆਪਾਂ ਇਸੇ ਤੇ ਹੀ ਹੁੰਨੇ ਪਰਲੀ, ਜਿਹਨੂੰ ਉੱਚੀ ਕੀਤਾ ਜਿੱਥੇ ਟਾਈਲਾਂ ਲਾਈਆਂ, ਉਹ ਵੀ 2 ਨੰਬਰ ਹੀ ਹੈ, 1 ਨੰਬਰ। ਹਾਂ ਚਲੋ ਮੈਂ ਹੀ ਕਹਿੰਦਾ ਉਹ ਇਲੈਕਸ਼ਨ ਤੋਂ ਪਹਿਲਾਂ ਪਾਈ ਸੀ। ਉਹਦਾ ਵੀ ਇਹੀ ਮੈਂ ਪੁੱਛਿਆ ਪਹਿਲਾਂ ਕੋਈ ਜਵਾਬ ਵਿੱਕੀ ਜੀ ਮੈਂ ਦੱਸਦਾ, ਉਹ ਟੈਂਡਰ ਯਾਨੀ ਕਿ ਇਲੈਕਸ਼ਨ ਤੋਂ ਪਹਿਲੇ ਬਣੀਆਂ ਹੋਈਆਂ ਟੈਂਡਰਾਂ। ਬਸ ਇਹੀ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਜਦੋਂ ਉਹ ਗਲੀ ਬਣ ਗਈ ਉਹਦੇ ਨਾਲ 2 ਗਲੀਆਂ ਛੱਡਤੀਆਂ ਆਪਾਂ, ਟੈਂਡਰ ਤਾਂ ਇਕੱਠੇ ਹੀ ਹੋਇਆ ਹੋਣਾ ਨਾ। ਸਰ ਮੈਂ ਜਿਹੜੀ ਵਿੱਕੀ ਜੀ ਆਪ ਮੇਰੀ ਗੱਲ ਨੂੰ ਸਮਝੋ, ਮੇਰੇ ਚੁਣਾਵ ਤੋਂ ਪਹਿਲੇ ਟੈਂਡਰ ਹੋ ਚੁੱਕੇ ਸੀ ਇਸ ਚੀਜ਼ ਦੇ। ਤੁਸੀਂ ਫਿਰ ਮੈਂ ਉਹੀ ਕਹਿ ਰਿਹਾ, ਤੁਸੀਂ ਮੇਰੀ ਬੇਨਤੀ ਨਹੀਂ ਸਮਝਦੇ। ਹੋ ਸਕਦਾ ਮੈਨੂੰ ਅਕਲ ਨਹੀਂ, ਬੇਵਕੂਫਾ ਨਹੀਂ ਸਮਝਾਣਾ ਆ ਰਿਹਾ। ਮੈਂ ਇਹੀ ਕਹਿ ਰਿਹਾ, ਜਦੋਂ ਵੀ ਟੈਂਡਰ ਹੁੰਦਾ ਸਰ, ਇਹ ਕਦੀ ਨਹੀਂ ਹੋਇਆ ਵੀ 1 ਨੰਬਰ ਦਾ ਟੈਂਡਰ ਹੋ ਗਿਆ ਤੇ 3, 4, 5 ਦਾ ਹੋ ਗਿਆ ਤੇ 2 ਗਲੀਆਂ ਦਾ ਟੈਂਡਰ ਵਿੱਚੋਂ ਨਾ ਹੋਵੇ, ਇਕੱਠਾ ਹੀ ਹੁੰਦਾ ਨਾ। ਟੈਕਨੀਕਲ ਪੁਆਇੰਟ ਉਹ ਦੱਸਦੇ ਆ, ਉਹ ਟੈਕਨੀਕਲ ਪੁਆਇੰਟ ਦੱਸਦੇ ਵੀ ਅਸੀਂ ਤੁਹਾਡੀ ਚੁਣਾਵ ਤੋਂ ਪਹਿਲੇ ਹੀ ਇਹਨਾਂ 'ਚ ਪ੍ਰੀਮਿਕਸ ਪਾ ਚੁੱਕੇ। ਹੁਣ ਮੈਨੂੰ ਨਹੀਂ ਪਤਾ ਮਹਿਕਮੇ ਦਾ ਪ੍ਰੀਮਿਕਸ ਸਾਰੇ ਤੁਸੀਂ ਮੈਂ ਸੁਣੋ ਇਹਦਾ ਦੇਖੋ, ਮੈਨੂੰ ਲੱਗਦਾ ਸ਼ਹਿਰ ਦੀਆਂ ਸਾਰੀਆਂ ਸੜਕਾਂ ਤੇ, ਮੈਂ ਕਹਿੰਦਾ ਸ਼ਹਿਰ ਦੀਆਂ ਜਿੰਨੀਆਂ ਗਲੀਆਂ ਸੀਗੀਆਂ ਸਾਰੀਆਂ ਤੇ ਪਹਿਲਾਂ ਪ੍ਰੀਮਿਕਸ ਪਈ ਸੀ, ਦੁਬਾਰਾ ਫੇਰ ਪਈ ਸੀ। ਇਹ ਸੇਮ ਇਹਨਾਂ ਗਲੀਆਂ ਦਾ ਵੀ ਇਹੀ ਹਾਲ ਸੀ ਕਿ ਇਹਨਾਂ ਤੇ ਵੀ ਪਿਆ ਹੋਇਆ ਸੀਗਾ। ਇਹ ਪਤਾ ਨਹੀਂ ਕੀ ਪ੍ਰੋਬਲਮ ਸੀਗੀ ਕਿ ਇਹਨਾਂ ਲੋਕਾਂ ਨਾਲ ਕੋਈ ਸ਼ਾਇਦ ਤੁਹਾਡਾ ਵੈਰ ਸੀ ਜਾਂ ਅਫਸਰਾਂ ਦਾ ਵੈਰ ਸੀ, ਹੁਣ ਵੀ ਵੈਰ ਹੀ ਹੈ ਵੀ ਜਿਹੜੇ, ਮੈਂ ਉਹੀ ਕਹਿੰਦਾ ਉਹਦੇ ਪਿੱਛੇ ਰੀਜ਼ਨ ਹੈ ਮੇਰੇ ਵੀਰ, ਸਿਰਫ 2 ਗਲੀਆਂ ਰਹਿ ਗਈਆਂ ਤੇ ਉਹਦੇ ਚ ਕੁਝ ਨਹੀਂ ਹੋਇਆ, ਲਾਰੇਬਾਜ਼ੀ ਹੈ, ਟੈਕਨੀਕਲ ਪ੍ਰੋਬਲਮ। ਜੇ ਦੇਖੋ ਨਾਲੀਆਂ ਜੇ ਬੰਦ ਹੋਈਆਂ ਹੋਣੀਆਂ, ਚਲੋ ਜੇ ਤੁਸੀਂ ਨਾਲੀਆਂ ਦੀ ਗੱਲ ਕਰਦੇ ਹੋ ਤਾਂ ਨਾਲੀਆਂ ਉਹਨਾਂ ਦੀਆਂ ਵੀ ਪਹਿਲਾਂ ਬੰਦ ਹੋਈਆਂ ਹੋਣਗੀਆਂ, ਉਦੋਂ ਇਹਨਾਂ ਦੀ ਵੀ ਗੱਲ ਉਹਨਾਂ 'ਚ ਟੈਲਾਂ ਲੱਗੀ ਹੋਈ ਸੀ ਉਹਨਾਂ 'ਚ। ਹਾਂ ਸੁਣੋ, ਮੈਂ ਇਹ ਕਹਿੰਦਾ ਜਦੋਂ ਟੈਲਾਂ ਲੱਗੀਆਂ ਤਾਂ ਫਿਰ ਸਾਰੀਆਂ ਇਕੱਠੀਆਂ 'ਚ ਕਿਉਂ ਨਹੀਂ ਲੱਗੀਆਂ? ਸੁਣੋ ਮੈਂ ਜਿਹੜੀ ਗੱਲ ਕਹਿਣਾ, ਮੈਂ ਜਿੱਦੇ ਕਮਿਸ਼ਨਰ ਸਾਹਿਬ ਆਏ, ਕੋਈ ਬੰਦਾ ਆਪਣੇ ਘਰ ਨੂੰ ਨਰਕ ਨਹੀਂ ਦੇਖਣਾ ਚਾਹੁੰਦਾ ਹੁੰਦਾ, ਔਰ ਜਿੰਨੀ ਸ਼ਮਤਾ ਹੁੰਦੀ ਉਨਾ ਹੀ ਕਰਦਾ ਹੁੰਦਾ ਹੈ। ਇਹ ਵੀ ਸੱਚਾਈ ਹੈ। ਮੈਂ ਕਹਿੰਦਾ ਵੀ ਮਹਿਲ ਬਣਾਦਾ ਮੈਂ ਨਹੀਂ ਬਣਾ ਸਕਦਾ, ਮੇਰੀ ਇੱਛਾ ਹੋਊਗਾ, ਮੇਰੀ ਝੋਪੜੀ ਤਾਂ ਮੈਂ ਜਿੰਨਾ ਐਫਰਟ ਕਰ ਸਕਦਾ ਮੈਂ ਉਹਨਾਂ ਕੀਤਾ। ਮੈਂ ਕਮਿਸ਼ਨਰ ਮੈਡਮ ਜਿੱਦੇ ਜੁਆਇਨ ਹੋਏ ਹਫ਼ਤਾ ਬਾਅਦ ਉਹਨਾਂ ਨੂੰ ਆਪਣੀ ਗਲੀਆਂ ਦੀ ਬੱਕਰੀ ਤੋਂ ਮੈਂ ਫਿਰ ਉਹੀ ਗੱਲ ਨੂੰ ਤੁਸੀਂ ਸਮਝੇ ਨਹੀਂ ਯਾਰ। ਮਹਿਕਮਾ ਕੀ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਦੋਂ ਪਹਿਲਾਂ ਸਾਰੀਆਂ ਨਾਲੀਆਂ ਬਣੀਆਂ ਨੇ, ਸੌਰੀ ਸੜਕਾਂ ਬਣੀਆਂ, ਉਸ ਵੇਲੇ 2 ਗਲੀਆਂ ਕਿਉਂ ਛੱਡਤੀਆਂ ਜਦੋਂ ਟੈਂਡਰ ਤਾਂ ਇਕੱਠੇ ਹੋਏ ਆ? ਟੈਂਡਰ ਪਹਿਲਾਂ ਦੇ ਹੋਏ ਵੇ, ਇਲੈਕਸ਼ਨ ਤੋਂ ਪਹਿਲਾਂ ਦੇ ਹੋਏ ਆ, ਤੁਹਾਡੇ ਐਮਸੀ ਬਣਨ ਤੋਂ ਪਹਿਲਾਂ ਦੇ ਹੋਏ ਆ, ਕੰਮ ਚੱਲ ਰਿਹਾ ਸੀ। ਮੈਂ ਇਹੀ ਕਹਿ ਰਿਹਾ ਨਾ, ਫਿਰ ਕਾਰਨ ਕੀ ਸੀ? ਤੁਸੀਂ ਪੁੱਛਿਆ ਉਸ ਵੇਲੇ, ਪੁੱਛਿਆ ਵੀ ਮਹਾਰਾਜ ਇਹ 2 ਗਲੀਆਂ ਦਾ ਟੈਂਡਰ ਕਿਉਂ ਨਹੀਂ ਹੋਇਆ? ਇੱਕ ਮੈਂ ਦੱਸ ਦਿੰਦਾ ਤੁਹਾਨੂੰ ਵੀ ਇੱਕ ਕੀ ਹੈ, ਤਾਲਮੇਲ ਹੁੰਦਾ ਜੋ ਸਰਕਾਰਾਂ ਹੁੰਦੀਆਂ ਨਾ, ਨਗਰ ਨਿਗਮ ਦਾ ਔਰ ਪੰਜਾਬ ਗਵਰਨਮੈਂਟ ਦਾ ਇੱਕ ਤਾਲਮੇਲ ਸੀ ਵੀ ਯਾਰ ਜਿਹੜਾ ਕੰਮ ਕਰਾਣਾ ਕਰਾ ਲਓ। ਹੁਣ ਮੇਰੇ ਕੋਲ ਕਿਹੜੀ ਹੈ ਸਰਕਾਰ ਦਾ, ਕਿਹਨਾਂ ਦਾ? ਅੱਜ ਸਾਡੇ ਹੀ ਭੈਣ ਨੇ, ਕਿਹੜੀ ਪਾਰਟੀ ਦੀ ਹੈ? ਰਮਨ ਗੋਇਲ, ਕਾਂਗਰਸ ਦੀ ਹੈ, ਪਰ
ਅਸੀਂ ਕਹਾਂਗੇ ਵੀ ਅਗਰ ਉਹੀ ਕੰਮ ਕਰਾਉਣ ਵਾਲੇ ਹੁੰਦੇ ਤੇ ਅੱਜ ਸਾਡੇ ਇਹ ਹਾਲਤ ਨਾ ਹੁੰਦੇ। ਅੱਜ ਜਗਰੂਪ ਗਿੱਲ ਜੀ ਤੋਂ ਹੀ ਵੱਡੀ ਤਾਕਤ ਨੇ ਉਹ, ਪਰ ਅਸੀਂ ਇਹ ਸੋਚਦੇ ਹਾਂ ਵੀ ਐਕਸਪੀਰੀਅੰਸ ਵਾਲਾ ਨਾ ਬਿਠਾ ਕੇ ਇੱਕ ਘਰੇਲੂ ਮਹਿਲਾ ਨੂੰ ਬਿਠਾ ਕੇ, ਉਹ ਵੀ ਸਭ ਤੋਂ ਵੱਡਾ ਸਾਡਾ ਕਾਰਨ ਹੈ ਜਿਹੜੀ ਕਿ ਅਫਸਰਸ਼ਾਹੀ ਆਪਣੇ ਹਿਸਾਬ ਨਾਲ ਕੰਮ ਕਰ ਰਹੀ ਹੈ। ਜਿਹੜੀ ਬੋਡੀ ਚੁਣੀ ਹੋਈ ਬੋਡੀ ਹੈ ਉਹ ਉੱਥੇ ਆਪਣਾ ਕੰਮ ਨਹੀਂ ਨਿਭਾ ਪਾ ਰਹੀ। ਇਹੀ ਗੱਲ ਕਹਿਣਾ, ਰਾਜਨੀਤੀ ਹਾਰ ਗਈ, ਰਾਜਨੀਤੀ ਹਾਰ ਗਈ, ਫਿਰ ਇਹਦਾ ਮਤਲਬ ਅਫਸਰਸ਼ਾਹੀ ਚੱਲ ਰਹੀ ਹੈ। ਬਿਲਕੁਲ ਮੈਂ ਕਹੂੰਗਾ ਵੀ ਰਾਜਨੀਤਿਕ ਅੱਜ ਸਾਨੂੰ ਵੀ ਮਹਿਸੂਸ ਹੁੰਦਾ ਹੈ ਵੀ ਕਾਸ਼ ਵੀ ਇਸ ਤੋਂ ਅੱਛਾ ਤਾਂ ਅਸੀਂ ਕੌਂਸਲਰ ਨਾ ਬਣਦੇ। ਇਹ ਜਿਹੇ ਹਾਲਾਤਾਂ ਚੋਂ ਅਸੀਂ ਕੌਂਸਲਰ ਨਾ ਬਣਦੇ ਤੇ ਵੈਸੇ ਅਸੀਂ ਤਾਂ ਦੁਆ ਸਲਾਮ ਕਰਕੇ ਸਤਿ ਸ੍ਰੀ ਅਕਾਲ ਕਰਕੇ ਉਹ ਨਹੀਂ, ਜਿਹਨੂੰ ਸਲੂਟ ਖਾਨ ਦੀ ਦੇਖੋ ਸਲੂਟ ਖਾਨ ਦੀ ਆਦਤ ਪੈ ਜੇ ਨਾ, ਉਹ ਬੰਦਾ ਕਦੀ ਨਹੀਂ ਹਟਦਾ ਹੁੰਦਾ। ਭਾਵੇਂ ਠੀਕ ਹੈ ਹੁਣ ਤੁਸੀਂ ਇਹ ਡਾਇਲੌਗ ਬੋਲ ਰਹੇ ਹੋ, ਕੱਲ ਨੂੰ ਜਦੋਂ ਫਿਰ ਇਲੈਕਸ਼ਨ ਆਣੇ ਤੁਸੀਂ ਫਿਰ ਇਹਨਾਂ ਦੇ ਦਰਵਾਜ਼ਿਆਂ 'ਚ ਆ ਕੇ ਹੀ ਕਹਿਣਾ, ਉਹ ਯਾਰ ਤੂੰ ਟੈਨਸ਼ਨ ਕਿਉਂ ਲੈਣਾ ਭਰਾ, ਤੂੰ ਮੇਰਾ ਭਰਾ ਹੈ, ਆ ਜਾ ਤੂੰ ਮੇਰੇ ਨਾਲ ਆ ਤੇ ਤੂੰ ਵੋਟ ਪਾ। ਤੁਸੀਂ ਇਦਾਂ ਦੀਆਂ ਗੱਲਾਂ ਕਰਨੀਆਂ। ਸਰ ਵਿੱਕੀ ਜੀ ਮੇਰੀ ਗੱਲ ਤੁਸੀਂ ਵੀ ਨਹੀਂ ਸਮਝ ਰਹੇ ਵੀ ਜਦੋਂ ਅਸੀਂ ਅਗਰ ਦੇਖੋ ਜਿਹਨੇ ਪਿਆਰ ਕਮਾਣਾ ਹੈ ਤਾਂ ਉਹ ਤਾਂ ਵੈਸੇ ਵੀ ਉਹ ਕਰ ਲੂਗਾ, ਜ਼ਰੂਰ ਨਹੀਂ ਹੈ। ਤੇ ਫਿਰ ਆ ਦੋ ਗਲੀਆਂ ਨਾਲ ਕੀ, ਫਿਰ ਮੈਂ ਹੀ ਕਹਿੰਦਾ ਵੀ ਕੋਈ ਦੁਸ਼ਮਣੀ ਹੈ? ਨਹੀਂ ਦੁਸ਼ਮਣੀ ਨਹੀਂ ਹੈ ਅੱਜ ਵੀ, ਯਾਨੀ ਕਿ ਵੀ ਮੈਂ ਯਕੀਨ ਮੰਨੋ ਜਿੰਨਾ ਮੇਰੇ ਚਲੋ ਆਪਾਂ ਗੱਲ ਜਿੰਨੀ ਮਰਜ਼ੀ ਲੰਬੀ ਕਰੀਏ। ਤੁਸੀਂ 1 ਮਿੰਟ 6 ਮਹੀਨੇ ਪਹਿਲਾਂ ਤੁਸੀਂ ਉਹਨਾਂ ਨੂੰ ਕਿਹਾ ਸੀਗਾ ਕਮਿਸ਼ਨਰ ਸਾਹਿਬ ਨੂੰ ਵੀ ਮਹਾਰਾਜ ਤੁਸੀਂ ਉਹ ਕਰੋ, ਉਹ ਕਹਿੰਦੇ ਸੀ ਵੀ ਮੈਂ ਜਦੋਂ ਤੱਕ ਵਿਜ਼ਿਟ ਨਹੀਂ ਕਰਦੀ ਉਦੋਂ ਤੱਕ ਮੈਂ ਨਹੀਂ ਕੁਝ ਕਰਦੀ। 6 ਮਹੀਨਿਆਂ ਚ ਉਹਨਾਂ ਕੋਲ 2 ਮਿੰਟ ਵੀ ਨਹੀਂ ਨਿਕਲੇ ਵੀ ਇਹਨਾਂ ਗਲੀਆਂ ਚ ਆ ਕੇ ਦੇਖ ਲੈਣ ਵੀ ਬਣਨ ਵਾਲੀਆਂ ਕਿ ਨਹੀਂ ਬਣਨ ਵਾਲੀਆਂ। ਠੇਕੇਦਾਰ ਸਾਨੂੰ ਇਹੋ ਜਿਹਾ ਮਿਲ ਗਿਆ, ਠੇਕੇਦਾਰ ਨੇ ਸਮਝ ਤੋਂ ਪਰੇ ਤਾਲਮੇਲ ਦੀ ਕਮੀ ਕੀ ਹੋ ਰਹੀ ਹੈ। ਬਲੈਕ ਲਿਸਟ ਕਰਦੇ ਹੋ ਅਜੇ ਠੇਕੇਦਾਰਾਂ ਤੋਂ ਕੀ ਕਰਾਉਣਾ? ਮੈਂ ਬਾਰ-ਬਾਰ ਐਸਡੀਓ ਐਕਸੀਐਨ ਨੂੰ ਕਿਹਾ ਵੀ ਜਿਹੜਾ ਬੰਦਾ ਨਹੀਂ ਕੰਮ ਕਰਦਾ ਠੇਕੇਦਾਰ ਦਾ ਨੰਬਰ ਦਿਓ। ਆ ਬੇਟਾ ਲਿਆ, ਸਾਰਾ ਮਸਲਾ ਨਾ ਗੱਲਾਂ 'ਚ ਹੀ ਰਹਿ ਜਾਂਦਾ। ਨਹੀਂ ਆਪਾਂ ਕੋਈ ਗੱਲ ਨਹੀਂ ਜੀ, ਪ੍ਰੂਫ ਤਾਂ ਰੱਖੀ ਹੈ ਨਾ। ਲਿਆਓ ਤੁਸੀਂ ਮੈਨੂੰ ਠੇਕੇਦਾਰ ਸਾਹਿਬ ਦਾ ਨੰਬਰ ਦਿਓ। ਠੇਕੇਦਾਰ ਸਾਹਿਬ ਦਾ ਨੰਬਰ ਦਿਓ ਬ੍ਰਦਰ, ਠੇਕੇਦਾਰ ਸਾਹਿਬ ਦਾ ਨੰਬਰ ਦਿਓ। 98-157। ਠੇਕੇਦਾਰ ਨੂੰ ਪੇਮੈਂਟ ਨਹੀਂ ਹੁੰਦੀ ਜਿਹੜੀ ਇਹ ਗੱਲ ਕਹਿ ਰਹੇ ਆ, ਇਹਨਾਂ ਨੇ ਰਾਤ ਤੋਂ ਠੇਕੇਦਾਰ ਚਲੋ ਇੱਕ ਮਿੰਟ ਕੋਈ ਗੱਲ ਨਹੀਂ, 1 ਮਿੰਟ। ਹਾਂਜੀ ਠੇਕੇਦਾਰ ਨੂੰ ਕੰਮ ਕਰੇ ਬਗੈਰ ਹਾਂਜੀ 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 1 ਮਿੰਟ। ਔਰ ਰਿਕਾਰਡਿੰਗ ਤੁਸੀਂ 86-100 ਪਲੀਜ਼ ਸੁਣਾ ਦਿਓ, ਰਾਤ ਦੀ ਰਿਕਾਰਡਿੰਗ ਸੁਣਾ ਦਿਓ। 1 ਮਿੰਟ ਲਓ ਆਪਾਂ ਠੇਕੇਦਾਰ ਸਾਹਿਬ ਨੂੰ ਫੋਨ ਲਾਇਆ। ਓਹੋ ਐਮਸੀ ਨੇ ਤਾਂ ਯਾਰ ਵਾਹ ਲਾਣੀ ਹੁੰਦੀ ਹੈ। ਮੈਂ ਕੋਈ ਉਹ ਨਹੀਂ ਕਰਨਾ। ਹਾਂ ਹੈਲੋ 1 ਮਿੰਟ 1 ਮਿੰਟ। ਉਹ ਰਾਤ ਵਾਲੀ ਰਿਕਾਰਡਿੰਗ ਵੀ ਸੁਣ ਲਿਓ ਠੇਕੇਦਾਰ ਨਾਲ। ਹਾਂ ਠੇਕੇਦਾਰ ਸਾਹਿਬ ਦਾ ਨਾਮ ਕੀ ਹੈ? ਹਾਕਮ ਸਿੰਘ। ਅੱਛਾ ਇੱਕ ਤੁਸੀਂ ਜੇਈ ਸਾਹਿਬ ਦੀ ਵੀ ਕੋਈ ਗੱਲ ਕਰਦੇ ਸੀ? ਸਰ ਜੇਈ ਸਾਹਿਬ ਆਏ ਨੇ 12 ਤਰੀਕ ਨੂੰ ਆਇਆ ਸੀ, 12 ਤਰੀਕ ਨੂੰ। ਤੇ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਟੈਂਡਰ ਹੈਗਾ ਵੀ ਸਾਈਡਾਂ ਤੇ ਨਾਲੀਆਂ ਬੰਦ ਹੋਣਗੀਆਂ, ਵੀ ਨਾਲੀਆਂ ਬੰਦ ਹੋਣਗੀਆਂ ਜੀ ਤੇ ਵਿਚਾਲੇ। ਤੇ ਕੱਲ ਕਹਿੰਦਾ ਮੈਂ ਐਕਸੀਅਨ ਲੈ ਕੇ ਆਉਂਗਾ ਨੈਕਸਟ ਡੇ। ਸਰ ਜੇਈ ਸਾਹਿਬ ਨਾਲ ਗੱਲ ਹੋਈ ਸੀ, ਹਫ਼ਤਾ ਤੱਕ ਪਹਿਲਾਂ ਆਏ ਨੇ ਜੇਈ ਸਾਹਿਬ ਹੀ। ਉਹਨਾਂ ਨੇ ਕਿਹਾ ਵੀ ਸਾਡੇ ਕੋਲ ਟੈਂਡਰ ਹੈਗਾ ਵੀ ਇੱਕ ਵੱਡਾ ਨਾਲਾ, ਜੋ ਕਿ ਅਸੀਂ ਇੱਛਾ ਨਹੀਂ ਹੈਗੀ ਸਾਡੀ ਵੀ ਬੰਦ ਕਰਾਉਣ ਦੀ, ਕਿਉਂਕਿ ਉਧਰ ਸਾਡਾ ਪਾਣੀ ਜਾਂਦਾ ਗਲੀ ਦਾ। ਇੱਕ ਇਹਨਾਂ ਨੇ ਕਿਹਾ ਵੀ ਜਿਹੜੀ ਸਾਈਡਾਂ ਵਾਲੀਆਂ ਨਾਲੀਆਂ ਥੋੜੀਆਂ ਇਹਨਾਂ ਤੇ ਟਾਈਲਾਂ ਲਾ ਦਾਂਗੇ, ਵਿਚਾਲੇ ਕੁਝ ਨਹੀਂ ਹੁੰਦਾ। ਜਦੋਂ ਅਸੀਂ ਆਖਿਆ ਵੀ ਕਿਉਂ ਨਹੀਂ ਹੁੰਦਾ, ਉਹਨਾਂ ਨੇ ਕਿਹਾ ਵੀ ਸਾਲ ਪਹਿਲਾਂ ਬਣੀਆਂ ਵੀ ਸਾਰੀਆਂ ਗਲੀਆਂ, ਵੀ ਸਾਲ ਪਹਿਲਾਂ ਸਾਰੀਆਂ 5-7 ਗਲੀਆਂ ਸਾਰੀਆਂ ਬਣੀਆਂ। ਇਹ ਇੱਕ ਪ੍ਰੈਸ ਵਾਲੇ ਆਏ ਹੋਏ ਆ, ਥੋੜਾ ਜਿਹਾ ਚਾਨਣ ਪਾਓ ਇਸ ਏਰੀਏ ਦੇ ਕੀ ਇਹ ਗਲੀਆਂ ਦਾ। ਠੇਕੇਦਾਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ? ਠੀਕ ਹੋ? ਮੈਂ ਠੀਕ ਹਾਂ, ਤੁਸੀਂ ਸੁਣਾਓ ਠੀਕ ਹੋ? ਵਧੀਆ, ਹਾਂਜੀ ਵਧੀਆ। ਅੱਛਾ ਮੈਂ ਨਾ ਇੱਕ ਬੇਨਤੀ ਇਹ ਕਰ ਰਿਹਾ ਕਿ ਆਪਾਂ ਫੇਸਬੁੱਕ ਤੇ ਲਾਈਵ ਐ ਇਸ ਟਾਈਮ। ਮੇਰੇ ਨਾਲ ਗਲੀ ਨੰਬਰ 2 ਲਾਲ ਸਿੰਘ ਬਸਤੀ ਦੇ ਲੋਕ ਤੇ ਸੰਜੇ ਜੀ ਨਾਲ ਖੜੇ ਨੇ ਤੇ ਆਪਾਂ ਲਾਈਵ ਗੱਲਬਾਤ ਕਰ ਰਹੇ ਹਾਂ ਬ੍ਰਦਰ। ਹਾਂਜੀ ਇੱਕ ਥੋੜਾ ਚਾਨਣਾ ਇਹ ਪਾਓ ਕਿ ਇਹ ਗਲੀਆਂ ਜਿਹੜੀਆਂ ਇਹਨਾਂ ਦੀ ਹੈਗੀ 1 ਨੰਬਰ ਔਰ 2 ਨੰਬਰ, ਹਾਂਜੀ ਹਾਂਜੀ। ਇਹਨਾਂ ਦੀ ਕੀ ਪ੍ਰੋਬਲਮ ਕੀ ਹੈ? ਇਹਨਾਂ ਦੇ ਕਿਉਂ ਟਾਈਲਾਂ ਨਹੀਂ ਪਈਆਂ ਜਾਂ ਇਹ ਕਿਉਂ ਉੱਚੀਆਂ ਨਹੀਂ ਹੋਈਆਂ? ਤੁਹਾਡੇ ਕੋਲ ਠੇਕਾ ਜੀ ਇਹਦੀ ਪ੍ਰੋਬਲਮ ਜਿਹੜਾ ਡਿਪਾਰਟਮੈਂਟ ਵੱਲੋਂ ਸਾਨੂੰ ਇਹਦਾ ਟੈਂਡਰ ਅਲਾਟ ਕੀਤਾ ਗਿਆ ਸੀਗਾ ਜੀ, ਇਹ ਸਿਰਫ ਇਹਦੀਆਂ ਨਾਲੀਆਂ ਬੰਦ ਕਰਨ ਦਾ ਟੈਂਡਰ ਸੀਗਾ ਸਾਡਾ। ਕਦੋਂ ਦੀ ਗੱਲ ਹੈ ਬ੍ਰਦਰ? ਇਹ ਕਾਫੀ ਟਾਈਮ ਪਹਿਲਾਂ ਦੀ ਗੱਲ ਹੈ ਜੀ। ਉਸ ਤੋਂ ਬਾਅਦ ਕਾਫੀ ਟਾਈਮ ਮਤਲਬ ਅੰਦਾਜ਼ਾ ਇਹਨਾਂ ਦੀਆਂ ਰੋਡ ਗਾਲੀਆਂ ਬਣ ਚੁੱਕੀਆਂ ਇੱਥੇ ਸਾਡੀਆਂ। ਨਹੀਂ ਸਰ ਮੇਰੀ ਬੇਨਤੀ ਸੁਣੋ, ਕਦੋਂ ਦੀ ਗੱਲ ਹੈ ਇਹ? ਕਿੰਨਾ ਪੁਰਾਣਾ ਠੇਕਾ ਹੈ? ਬਣੇ ਨੂੰ 3 ਜਾਲੀਆਂ ਇਹਨਾਂ ਦੀਆਂ ਬਣੀਆਂ ਨੂੰ ਅਸੀਂ ਨਾਲੀਆਂ ਬੰਦ ਕਰੀਆਂ ਨੂੰ ਜੀ 4-5 ਮਹੀਨੇ ਤੋਂ ਉੱਪਰ ਹੋ ਗਿਆ ਸਮਾਂ। ਨਹੀਂ ਤੁਹਾਡੇ ਕੋਲ ਮੈਂ ਚਲੋ ਓਕੇ ਹਾਂਜੀ ਠੀਕ ਹੈ। ਹੁਣ ਇੱਥੇ ਪ੍ਰੋਬਲਮ ਸਭ ਤੋਂ ਵੱਡੀ ਇਹ ਹੈ ਜੀ, ਇਹ ਜਿਹੜੇ ਗਲੀ ਦੇ ਜੋ ਵੀ ਵਸਨੀਕ ਹੈਗੇ ਆ ਇਹ ਸਾਨੂੰ ਕਹਿੰਦੇ ਵੀ ਤੁਸੀਂ ਟੋਟਲ ਗਲੀ ਬਣਾਓ ਸਾਰੀ ਇੰਟਰਲੌਕ ਟਾਇਲ ਲਾ ਕੇ। ਜੀ ਬਿਲਕੁਲ। ਦੇਖੋ ਅਸੀਂ ਡਿਪਾਰਟਮੈਂਟ ਦੇ ਹੁਕਮ ਮੁਤਾਬਕ ਡਿਪਾਰਟਮੈਂਟ ਸਾਨੂੰ ਜੋ ਆਰਡਰ ਕਰੂਗਾ ਜੀ ਤਾਂ ਅਸੀਂ ਉਹ ਕੰਮ ਕਰ ਸਕਦੇ ਹਾਂ। ਇੱਕ ਹੋਰ ਚਲੋ ਠੀਕ ਬਿਲਕੁਲ ਐਗਰੀ ਵੀ ਜੋ ਡਿਪਾਰਟਮੈਂਟ ਤੁਹਾਨੂੰ ਕਹੇਗਾ ਤੁਸੀਂ ਉਹੀ ਕਰਨਾ ਹੈ। ਪਰ ਮੈਨੂੰ ਕਾਈਂਡਲੀ ਇਹ ਦੱਸੋਗੇ ਵੀ ਜਿਹੜੀਆਂ ਨਾਲ ਦੀਆਂ ਗਲੀਆਂ ਨੇ ਇਹਨਾਂ ਦੇ ਵਿੱਚ ਜਦੋਂ ਆਪਾਂ ਇੰਟਰਲੌਕ ਟਾਇਲਸ ਲਗਾਈਆਂ ਨੇ, ਨਹੀਂ ਸਾਡੇ ਕੋਲ ਹੈ ਨਹੀਂ ਸੀ ਜੀ। ਉਹ ਠੇਕੇਦਾਰ ਹੋਰ ਸੀ
ਓਕੇ, ਤੁਹਾਡੇ ਕੋਲ ਸਿਰਫ ਠੇਕਾ ਇਹਨਾਂ ਦੀਆਂ ਨਾਲੀਆਂ ਬੰਦ ਕਰਨ ਦਾ, ਨਥਿੰਗ ਐਲਸ, ਬਿਲਕੁਲ। ਹੋਰ ਕੁਝ ਨਹੀਂ। ਹਾਂਜੀ ਹਾਂਜੀ ਨਹੀਂ ਅੱਛਾ, ਪੇਮੈਂਟ ਦੀ ਇਹ ਕਹਿ ਰਹੇ ਕੀ ਪੇਮੈਂਟ ਦੀ ਤੁਸੀਂ ਕੀ ਗੱਲ ਮਿਲ ਚੁੱਕੀ ਹੈ। ਵੀ ਪੇਮੈਂਟ ਦੀ ਗੱਲ ਨਾ ਕਰੋ, ਕੱਲ ਰਿਕਾਰਡਿੰਗ ਹੈਗੀ, ਕੱਲ ਸ਼ਰਾਬ ਦੀ ਨਹੀਂ ਨਹੀਂ, ਕਿਸ ਗੱਲ ਦੀ ਪੇਮੈਂਟ ਦੀ ਗੱਲ ਨਾ ਕਰੋ। ਗਲੀਆਂ ਤੁਹਾਡੀਆਂ ਪੈਣਗੀਆਂ ਜੀ। ਅੱਛਾ ਹਾਂ, ਇਹ ਕਹਿ ਰਹੇ ਨੇ ਵੀ ਤੁਸੀਂ ਕਿਤੇ ਗੱਲ ਹੋਈ ਹੋਣੀ ਇਹਨਾਂ ਨਾਲ ਵੀ ਇਹ ਗਲੀ ਦੀ ਜਿਹੜੀ ਪੇਮੈਂਟ ਹੈ ਮੈਨੂੰ ਮਿਲ ਚੁੱਕੀ ਤੇ ਮੈਂ ਬਹੁਤ ਜਲਦੀ ਹੀ ਇਹ ਗਲੀਆਂ ਸ਼ੁਰੂ ਕਰਨ ਜਾ ਰਿਹਾ, ਕੁਝ ਇਸ ਤਰ੍ਹਾਂ। 21 ਜੁਲਾਈ ਦੀ ਗੱਲ ਹੈ ਇਹ, 21 ਜੁਲਾਈ ਨੂੰ, ਮੇਰੇ ਕੋਲ ਰਿਕਾਰਡਿੰਗ ਹੈਲੋ 21 ਜੁਲਾਈ ਨੂੰ ਕੋਈ ਤੁਹਾਡੀ ਗਲੀ ਵਾਲਿਆਂ ਨਾਲ ਗੱਲ ਹੋਈ ਬ੍ਰਦਰ? ਨਹੀਂ ਭਾਈ ਸਾਹਿਬ ਦੇਖੋ ਮੇਰੀ ਗੱਲ ਸੁਣੋ, ਹੁਣ ਤੁਸੀਂ ਇਹ ਮੰਨੋਗੇ ਅਸੀਂ ਇਹਨਾਂ ਨੂੰ ਪਹਿਲੇ ਦਿਨ ਜਿਸ ਦਿਨ ਇਹਨਾਂ ਨੇ ਮੈਨੂੰ ਬੁਲਾਇਆ ਮੈਂ ਗਿਆ, ਐਮਸੀ ਸਾਹਿਬ ਵੀ ਆਏ ਇੱਥੇ, ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਡਿਪਾਰਟਮੈਂਟ ਤੋਂ, ਐਮਸੀ ਸਾਹਿਬ ਖੜੇ ਆ, ਤੁਸੀਂ ਖੜੇ ਹੋ, ਜੋ ਡਿਸੀਜਨ ਕਰ ਦਿਓਗੇ ਡਿਪਾਰਟਮੈਂਟ ਮੈਨੂੰ ਕਹਦੇ ਵੀ ਇਸ ਤਰ੍ਹਾਂ ਕੰਮ ਕਰ ਦਿਓ, ਮੈਂ ਤਾਂ ਦੇਖੋ ਹਰ ਇੱਕ ਕੋਈ ਵੀ ਬੰਦਾ ਬਿਜ਼ਨਸ ਕਰਦਾ ਉਹਨੂੰ ਪੇਮੈਂਟ ਜ਼ਰੂਰੀ ਹੁੰਦੀ ਹੈ। ਨਹੀਂ ਸਰ, ਮੈਂ ਐਗਰੀ, ਦੇਖੋ ਬਿਨਾਂ ਪੈਸੇ ਤੋਂ ਤਾਂ ਕੋਈ ਕੰਮ ਹੁੰਦਾ ਨਹੀਂ ਨਾ, ਪਰ ਗੱਲ ਇਹ ਹੈ ਨਾ ਵੀ ਤੂੰ ਇਹ ਲੋਕ ਕਹਿ ਰਹੇ ਵੀ ਤੁਸੀਂ ਇਹਨਾਂ ਨੂੰ ਇਹ ਕਿਹਾ ਵੀ ਮੈਨੂੰ ਪੇਮੈਂਟ ਮਿਲ ਗਈ ਤੇ ਮੈਂ ਗਲੀ ਥੋੜੀ 2-4-5 ਦਿਨਾਂ 'ਚ ਸ਼ੁਰੂ ਕਰ ਦਿੰਨਾ। ਬਿਲਕੁਲ ਨਹੀਂ, ਇਹ ਦੇਖੋ Recording ਅਸੀਂ, ਮੈਂ ਤੁਹਾਨੂੰ ਦੱਸ ਰਹੀ, ਅਸੀਂ ਇੱਥੇ ਮਿੱਟੀ ਦੀ ਟਰਾਲੀ ਵੀ ਮੰਗਵਾ ਲਈ ਸੀ ਕੰਮ ਸਟਾਰਟ ਕਰਨ ਨੂੰ, ਥੋੜਾ ਰੈਂਪ ਬਣਾਉਣ ਵਾਸਤੇ, ਜਿੱਥੇ ਮੇਨ ਹੋਲ ਇਹਨਾਂ ਦਾ ਉੱਚਾ ਹੈ ਜੀ ਜੀ ਜੀ, ਰੇਲਵੇ ਲਾਈਨ ਵਾਲੀ ਸਾਈਡ ਤੇ। ਹਾਂਜੀ, ਪਰ ਜਦੋਂ ਅਸੀਂ ਟਰਾਲੀ ਆਈ ਸਾਡੀ ਮਿੱਟੀ ਦੀ ਤਾਂ ਲੋਕ ਇੱਥੋਂ ਗਲੀ ਦੇ ਵਿੱਚੋਂ ਸਾਹਮਣੇ ਬਹੁਤ ਜ਼ਿਆਦਾ ਇਕੱਠ ਹੋ ਗਿਆ, ਇੱਥੇ ਰਸ਼ ਹੋ ਗਿਆ, ਲੜਾਈ ਵਾਲੀ ਜਗ੍ਹਾ ਹੋ ਗਈ ਸੀ। ਨਹੀਂ, ਉਹ ਮਿੱਟੀ ਪਵਾਈ ਕਿਉਂ ਸੀ ਆਪਾਂ? ਇਹ ਰੈਂਪ ਬਣਾਉਣਾ ਸੀ ਜੀ, ਇਹਨਾਂ ਦਾ ਮੇਨ ਹੋਲ ਉੱਚਾ ਹੈ, ਕਹਿੰਦੇ ਸੀ ਐਮਸੀ ਸਾਹਿਬ ਕਹਿੰਦੇ ਵੀ ਤੁਸੀਂ ਇਹਨੂੰ 5-7 ਫੁੱਟ ਰੈਂਪ ਉਤਾਰ ਦਿਓ ਵੀ ਲੋਕਾਂ ਨੂੰ ਚੜ੍ਹਨ ਨੂੰ ਇਹਦੇ ਮੇਨ ਹੋਲ ਦੇ ਉੱਪਰ ਚੜ ਜਾਣਾ। ਨਹੀਂ ਪਰ ਬ੍ਰਦਰ ਗੱਲ ਤਾਂ ਇਹ ਹੈ ਨਾ ਵੀ ਆਪਾਂ ਪੈਚਸ ਨਾ ਲਗਾਈਏ, ਆਪਾਂ ਉਹਦਾ ਇੱਕ ਸਿੱਧਾ ਰਾਹ ਕੱਢੀਏ ਵੀ ਇਹ ਥੱਲਿਓਂ ਦੇਖੋ, ਤੁਸੀਂ ਵੀ ਜੇ ਤੁਸੀਂ ਇਸ ਗਲੀ 'ਚ ਆਏ ਹੋ ਤਾਂ ਸਲੋਪ ਸਾਰੀ ਇਸ ਥਾਂ ਤੇ ਹੀ ਹੈ ਜਿੱਥੇ ਤੁਸੀਂ ਮਿੱਟੀ ਪਾਈ ਹੈ। ਨਹੀਂ ਜੀ ਦੇਖੋ ਮੇਰੀ ਗੱਲ ਸੁਣੋ, ਇਸ ਚੀਜ਼ ਦਾ ਜੋ ਵੀ ਹੱਲ ਕੱਢਣਾ ਹੈ ਉਹ ਜਾਂ ਡਿਪਾਰਟਮੈਂਟ ਕਰ ਸਕਦਾ। ਦੇਖੋ ਮੈਂ ਸਰ ਉਹੀ ਕਹਿ ਰਿਹਾ ਨਾ, ਤੂੰ ਹਾਂਜੀ ਜਿਹੜਾ ਰੈਂਪ ਬਣਾ ਰਹੇ ਸੀ ਉਹ ਡਿਪਾਰਟਮੈਂਟ ਨੇ ਤੁਹਾਨੂੰ ਕੋਈ ਪਰਮਿਟ ਕੀਤਾ ਸੀ ਵੀ ਰੈਂਪ ਬਣਾ ਦਿਓ? ਹਾਂ ਹਾਂ ਸਾਨੂੰ ਇਹ ਕਿਹਾ ਸੀ ਵੀ ਸਿਰਫ ਜਿਹੜਾ ਮੇਨ ਹੋਲ ਉੱਚਾ ਹੈਗਾ, ਲੋਕਾਂ ਨੂੰ ਦਿੱਕਤ ਆਉਂਦੀ ਹੈ ਨਿਕਲਣ ਵਾਸਤੇ, ਹਾਂਜੀ ਹਾਂਜੀ, ਇਹਦੇ ਨਾਲ ਮਿੱਟੀ ਪਾ ਕੇ 500 ਫੁੱਟ ਤੁਸੀਂ ਰੈਂਪ ਉਤਾਰ ਦਿਓ। ਪਰ ਉਸ ਤੋਂ ਬਾਅਦ ਇੱਥੇ ਗਲੀ ਵਾਲਿਆਂ ਨੇ ਰੌਲਾ ਪਾ ਲਿਆ ਬਹੁਤ ਨਹੀਂ ਜ਼ਿਆਦਾ। ਰੌਲਾ ਤਾਂ ਦੇਖੋ ਆਬਵੀਅਸ ਹੈ ਨਾ, ਹੁਣ ਤੁਸੀਂ ਜਦੋਂ ਰੈਂਪ ਬਣਾ ਰਹੇ ਹੋ ਉਸ ਰੈਂਪ ਦੇ ਉੱਤੇ ਆ ਕੇ ਪਾਣੀ ਖੜ ਜਾਏਗਾ ਤੇ ਗਲੀ ਵਾਲੇ ਤਾਂ ਹੋਰ ਪਰੇਸ਼ਾਨ ਹੋਣਗੇ। ਅਦਰਵਾਈਜ਼ ਕੀ ਹੈ ਵੀ ਉਹ ਜਿਹੜਾ ਨਾਲਾ ਹੈਗਾ, ਨਾਲੇ ਦੇ ਵਿੱਚ ਪਾਣੀ ਪੈ ਜਾਂਦਾ, ਕਮ ਸੇ ਕਮ ਇਹਨਾਂ ਨੂੰ ਰਿਲੀਫ ਤਾਂ ਮਿਲਦੀ ਹੈ ਨਾ। ਇਹਨਾਂ ਨੇ ਬੰਦ ਕਰਾਇਆ ਜੀ, ਗਲੀ ਵਾਲਿਆਂ ਨੇ ਖੁਦ ਕਹਿ ਕੇ ਬੰਦ ਕਰਾਇਆ ਹੈ। ਕੀ ਬੰਦ ਕਰਾਇਆ ਜੀ? ਜਿਹੜੇ ਭਾਈ ਸਾਹਿਬ ਕਹਿ ਰਹੇ ਆ ਰਾਤ ਮੈਨੂੰ ਇਹਨਾਂ ਨੇ ਮੰਨ ਲਓ ਮੇਰੇ ਨਾਲ ਜੋ ਮਿਸਬਿਹੇਵ ਕੀਤਾ ਹੈਗਾ। ਅੱਛਾ, ਮਿਸਬਿਹੇਵ ਹੋਇਆ ਤੁਹਾਡੇ ਨਾਲ? ਬਿਲਕੁਲ ਜੀ, ਰਾਤ ਮੈਨੂੰ ਇਹਨਾਂ ਨੇ ਕਿਹਾ, ਕਹਿੰਦੇ ਵੀ ਮੈਂ ਤੁਹਾਨੂੰ, ਮੈਂ ਕਿਹਾ ਜੀ ਮੈਨੂੰ ਧਮਕੀ ਨਾ ਦਿਓ, ਤੁਸੀਂ ਡਿਪਾਰਟਮੈਂਟ ਤੋਂ ਮੈਨੂੰ ਜੋ ਮਰਜ਼ੀ ਹੁਕਮ ਕਰਾ ਦਿਓ, ਜੋ ਮੈਨੂੰ ਡਿਪਾਰਟਮੈਂਟ ਕਹਿ ਦੂ, ਦੇਖੋ ਮੈਂ ਉਸ ਤੋਂ ਬਾਹਰ ਨਹੀਂ ਨਹੀਂ, ਬਿਲਕੁਲ ਬਿਲਕੁਲ, ਦੇਖੋ ਤੁਸੀਂ ਠੇਕੇਦਾਰ ਹੋ ਮੇਰੇ ਵੀਰ, ਤੁਸੀਂ ਤਾਂ ਉਦੋਂ ਹੀ ਕੰਮ ਕਰਨਾ ਜਦੋਂ ਤੁਹਾਨੂੰ ਟੈਂਡਰ ਮਿਲ ਗਿਆ, ਹੋ ਗਿਆ ਲਓ ਜੀ ਤੋਂ ਵਰਕ ਪਰਮਿਟ ਮਿਲ ਗਿਆ ਵੀ ਕੰਮ ਕਰੋ ਮਹਾਰਾਜ, ਫੇਰ ਹੀ ਕਰਨਾ ਨਾ। ਪਰ ਮੈਂ ਤੁਹਾਨੂੰ ਇਹੀ ਕਹਿ ਰਿਹਾ ਵੀ ਹੁਣ ਜਦੋਂ ਇਹਦਾ ਹੱਲ ਤੁਸੀਂ ਇਹ ਕਹਿ ਰਹੇ ਵੀ ਮੇਰੇ ਕੋਲ ਸਿਰਫ ਨਾਲੀਆਂ ਦਾ ਸੀ, ਹੈ ਨਾ? ਬਿਲਕੁਲ ਜੀ, ਇਹਦੇ ਟੈਂਡਰ ਦੇ ਵਿੱਚ ਲਿਖਿਆ ਹੋਇਆ 1 ਨੰਬਰ 2 ਨੰਬਰ ਗਲੀ ਦੀ ਡਰੇਨ ਸਿਰਫ ਉਹੀ ਹੈ, ਹੋਰ ਕੁਝ ਨਹੀਂ। ਤੇ ਹੋਰ ਤੁਹਾਡੇ ਕੋਲ ਜਿਹੜਾ ਟੈਂਡਰ ਉਹਦੇ 'ਚ ਹੋਰ ਕੀ ਕੁਛ ਹੈ, ਫਿਰ ਕੀ ਕੰਮ ਕਰਨਾ ਹੈ? ਬਸ ਅਸੀਂ ਇਹਨਾਂ ਦੀਆਂ ਨਾਲੀਆਂ, ਇਹ ਸਿਰਫ ਇਹਨਾਂ ਦੀ ਇੱਕ ਕੰਪਰੋਮਾਈਜ਼ ਸੀ ਡਿਪਾਰਟਮੈਂਟ ਨਾਲ ਜਾਂ ਐਮਪੀ ਸਾਹਿਬ ਨਾਲ ਕਿ ਇੱਥੇ ਰੈਂਪ ਬਣ ਜੇ। ਪਰ ਜੇ ਇਹਨਾਂ ਜਿਹੜੇ ਭਾਈ ਸਾਹਿਬ ਨੇ ਰਾਤ ਮੇਰੇ ਨਾਲ, ਤੁਹਾਨੂੰ ਮੈਂ ਦੱਸਾਂ ਜੀ, ਬਹੁਤ ਜ਼ਿਆਦਾ ਮਿਸਬਿਹੇਵ ਕੀਤਾ। ਇਹਨਾਂ ਦਾ ਮਕਾਨ ਆਪਣਾ 5 ਫੁੱਟ ਉੱਚਾ, ਦੂਜੇ ਲੋਕ ਬੈਠੇ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਇਹ ਨਾ ਮਿਸਬਿਹੇਵ ਉਹੀ ਮੈਂ ਉਹਨਾਂ ਨੂੰ ਕਿਹਾ, ਰਿਕਾਰਡਿੰਗ ਜਿਹੜੀ ਤੁਹਾਡੇ ਨਾਲ ਗੱਲ ਹੋਈ ਹੈ ਉਹ ਲੱਭਦੇ ਪਏ ਨੇ, ਸੁਣਾਉਂਦੇ ਨੇ, ਉਹ ਤੁਸੀਂ ਫੇਸਬੁੱਕ ਤੇ ਲਾਈਵ ਹੋ ਜਾਓ, ਕਾਈਂਡਲੀ ਉਹ ਵੀ ਦੇਖ ਲਿਓ। ਫਿਲਹਾਲ ਦਿਓ ਇਜਾਜ਼ਤ, ਧੰਨਵਾਦ। ਇਹ ਦੇਖੋ ਮੈਂ ਰਿਕਾਰਡਿੰਗਾਂ ਪਈਆਂ ਸਾਰੀਆਂ, ਦੇਖੋ ਸਾਰੀ ਰਿਕਾਰਡਿੰਗ ਪਈ ਹੈ। ਹਾਂਜੀ, ਹੁਣ ਇਹ ਗੱਲ ਹੈ ਕਿ ਇਹ 2 ਗਲੀਆਂ ਦਾ ਫਿਰ ਉੱਥੇ ਆਉਂਦੀ ਗੱਲ ਵੀ ਇਹ 2 ਗਲੀਆਂ ਦਾ ਜੇ ਹੁਣ ਟੈਂਡਰ ਹੋਇਆ ਤਾਂ ਸਿਰਫ ਨਾਲੀਆਂ ਬੰਦ ਕਰਨ ਦਾ ਹੋਇਆ, ਪਰ ਉਹ ਜਿਹੜੀਆਂ ਬਾਕੀ ਗਲੀਆਂ ਉਹਨਾਂ ਦੇ ਵਿੱਚ ਫਿਰ ਉੱਥੇ ਗੱਲ ਆ ਗਈ ਵੀ ਚਲੋ ਮੈਂ ਫਿਰ ਤੁਹਾਡੀ ਗੱਲ ਵੱਡੀ ਕਰਤੀ। ਉਹ ਸਰ ਇੱਕ ਇਹ ਗਲੀਆਂ ਮੈਂ ਬਕਾਇਦਾ ਇਹ ਗੱਲ ਕਹਿ ਚੁੱਕਿਆ, ਡਿਪਾਰਟਮੈਂਟ ਨੂੰ ਮੈਂ ਕਹਿ ਚੁੱਕਿਆ ਵੀ 2 ਗਲੀਆਂ ਦਾ ਕਰਕੇ ਮੈਂ ਝੰਜਟ ਮੁਕਤ ਹੋ ਜਾਊਂ। ਮੈਂ ਕਿਉਂ ਆਪਣੇ ਭਰਾਵਾਂ ਤੋਂ ਸ਼ਰਮਿੰਦਗੀ ਉਠਾਵਾਂ? ਮੇਰੀ ਗੱਲ ਸੁਣ ਲਓ, ਉਹ ਪੁਰਾਣੀਆਂ ਟੈਲਾਂ ਲੱਗੀਆਂ। ਹਾਂਜੀ, ਤੁਸੀਂ ਫਿਰ ਇੱਕ ਕੰਮ ਕਰਦੇ, ਬਠਿੰਡੇ ਚੋਂ ਬਹੁਤ ਇਹੋ ਜਿਹੀਆਂ ਸੜਕਾਂ ਸੀ ਜਿੱਥੋਂ ਉਹ ਮੇਰੀ ਗੱਲ ਤਾਂ ਸੁਣ ਲਓ ਐਮਸੀ ਸਾਹਿਬ, ਮੇਰੇ ਨਾਲੋਂ ਵੱਧ ਕੰਮ ਕਰਦੇ ਹੋ ਤੁਸੀਂ ਕਮੇਟੀ 'ਚ। ਪੁਰਾਣੀਆਂ ਟੈਲਾਂ ਬਹੁਤ ਸ਼ਹਿਰ ਦੇ ਵਿੱਚੋਂ ਨਿਕਲੀਆਂ ਸੀ, ਪਈਆਂ ਹੋਣੀਆਂ। ਤੁਸੀਂ ਇਹਨਾਂ ਦਾ ਮੂੰਹ ਚੁੱਪ ਕਰਾਉਣ ਵਾਸਤੇ ਉਹੀ ਪੁਰਾਣੀਆਂ ਟੈਲਾਂ ਲਿਆ ਕੇ ਇੱਕ ਵਾਰੀ ਉੱਚੀ ਕਰਾ ਦਿੰਦੇ, ਬਾਕੀ ਜਦੋਂ ਟੈਂਡਰ ਹੁੰਦਾ ਗੱਲ ਨਹੀਂ ਲਵਾਉਂਗਾ। ਮੈਂ ਪੁਰਾਣੀ ਕਿਉਂ ਲਵਾਉਂਗਾ ਜਦੋਂ ਤੱਕ ਨਵੀਂ ਲੱਗੇ? ਕਾਰਨ ਕੀ ਹੈ? ਪਹਿਲੀ ਗੱਲ ਤਾਂ ਜਨਵਰੀ ਦੇ ਵਿੱਚ ਕੋਡ ਆਫ ਕਨੈਕਟ ਲੱਗਿਆ, ਉਸ ਤੋਂ ਬਾਅਦ ਕਮਿਸ਼ਨਰ ਜਿਹੜੇ ਕਿ 6 ਮਹੀਨੇ ਸਾਡੇ ਨਗਰ ਨਿਗਮ ਕਮਿਸ਼ਨਰ ਨੇ, ਸਾਰੇ ਠੇਕੇਦਾਰਾਂ ਦੀ ਪੇਮੈਂਟਾਂ ਰੁਕ ਗਈਆਂ।
ਜਿਹੜਾ ਕਾਰਨ ਜਿਹੜਾ ਸਭ ਤੋਂ ਇਹਨਾਂ ਦੇ ਕੋਡ ਆਫ ਕੰਡਕਟ ਲੱਗਿਆ ਉਦੋਂ ਪਹਿਲਾਂ 2 ਗਲੀਆਂ ਬਣ ਚੁੱਕੀਆਂ ਸੀ। ਮੈਂ ਇਹੀ ਕਹਿ ਰਿਹਾ, ਤੁਸੀਂ ਮੇਰੀ ਗੱਲ ਨੂੰ ਅੰਡਰਸਟੈਂਡ ਕਰੋ, ਉਦੋਂ ਉਹ ਬਣ ਚੁੱਕੀਆਂ ਸੀ ਨਾ। ਉਹ ਪੈਮਟਾ ਉਹਨਾਂ ਦੀ ਪੈਮਟਾ ਵੀ ਤਾਂ ਰੁਕ ਗਏ। ਉਹ ਕਹਿੰਦੇ ਅਸੀਂ ਤਾਂ ਹੀ ਕੰਮ ਕਰਾਂਗੇ, ਸਾਡੀ ਝੋਲੀ 'ਚ ਕੁਝ ਪਊਗਾ। ਇੱਕ ਠੇਕੇਦਾਰਾਂ ਦੇ ਵੀ ਅਗਲੇ ਕਹਿੰਦੇ, ਸਾਨੂੰ ਕਹਿੰਦੇ ਵੀ ਸਾਡੀ ਲਿਮਿਟ ਹੁੰਦੀ ਆ ਵੀ ਅਸੀਂ ਤਾਂ 25 ਪੈਸੇ ਕੰਮ ਕਰਦਾ, 25 ਪੈਸੇ ਰੁਪਿਆ ਕੰਮ ਹੈ। ਜਿਹੜੀਆਂ ਜਾਲੀਆਂ ਲੱਗੀਆਂ ਨਾ ਉਹਦਾ ਵੀ ਕੋਈ ਬੈਨੀਫਿਟ ਨਹੀਂ। ਜਿਹੜੀ ਸੜਕ ਨੂੰ 4-4 ਇੰਚ ਉੱਚੀਆਂ, ਉਹਦਾ ਕੀ ਫਾਇਦਾ? ਠੇਕੇਦਾਰ ਨੇ ਦੇਖਣਾ ਪੈਸੇ ਲੈਣੇ ਆ। ਦੇਖੋ ਉਹਨਾਂ ਨੇ ਤਾਂ ਆਪਣਾ ਕੰਮ ਵੀ ਸਾਡੇ ਤਾਂ ਉਹੀ ਨਰਕ ਹੈ ਨਾ 12 ਦੇ ਵਿੱਚ, ਵੀ ਉਹ ਜਾਲੀਆਂ ਦੇ ਵਿੱਚ ਹੀ ਚਲੋ ਪਾਣੀ ਪੈਂਦਾ ਹੋ ਜਾਂਦਾ। ਇਹ ਕਹਿੰਦੇ ਨਾਲੀਆਂ ਬੰਦ ਕਰਨੀਆਂ। ਅਸੀਂ ਇਹਨਾਂ ਦੇ 4 ਵਾਰੀ ਘਰੇ ਜਾ ਕੇ ਆਏ, ਅਸੀਂ ਮਿੱਟੀ ਵੀ ਆਪ ਸਟਾਈ ਹੈ ਨਾਲੀਆਂ 'ਚ। ਅਸੀਂ ਇਹਨਾਂ ਨੂੰ ਕਿਹਾ ਸੀ ਕੱਲੋ ਚਲੋ ਨਾਲੀਆਂ ਤੇ ਟਾਈਲਾਂ ਲਵਾ ਦਿਓ ਤੁਸੀਂ। ਇੱਕ ਨੰਬਰ ਗਲੀ ਦਾ ਚੈਪਟਰ ਹੈ, ਇੱਕ ਨੰਬਰ ਗਲੀ ਦਾ ਚੈਪਟਰ ਇੱਕ ਅਲੱਗ ਸੀ। ਇਹ ਕਹਿੰਦੇ ਸੀ ਵਿਚਾਰੇ ਵੀ ਨਾਲੀ ਬੰਦ ਕਰਕੇ ਸਾਨੂੰ 19 ਟਾਈਲ ਆ ਜੋ। ਇਸ ਇੱਕ ਨੰਬਰ ਗਲੀ ਦੀ ਡਿਮਾਂਡ ਕੁਝ ਹੋਰ ਸੀ, ਪਰ ਮੈਨੂੰ ਇਹ ਸੀ ਯਾਰ ਦੋਨੋਂ ਗਲੀਆਂ ਕੰਪਲੀਟ ਹੋ ਜਾਏ। ਸ਼੍ਰੀਮਾਨ ਸਾਲ ਹੋ ਗਿਆ, ਕਦੋਂ ਕੰਪਲੀਟ ਹੋਣਗੀਆਂ? ਤੁਹਾਨੂੰ ਤਾਂ ਇਹ ਸੀਗਾ ਵੀ ਠੀਕ ਹੈ ਦੋਨੋਂ ਕੰਪਲੀਟ ਹੋ ਜਾਣ। ਗੱਲ ਫਿਰ ਉੱਥੇ ਆਉਂਦੀ ਹੈ, ਤੁਸੀਂ ਸੋਚਿਆ ਪਰ ਹਲੇ ਤੱਕ ਨਹੀਂ ਹੋਇਆ। 1 ਨੰਬਰ ਗਲੀ ਦੀਆਂ ਟਾਈਲਾਂ ਭਾਵੇਂ ਪੁਰਾਣੀਆਂ ਸੀ, ਉਹ ਉੱਚੀਆਂ ਤਾਂ ਤੁਹਾਨੂੰ ਪੈਸੇ ਮਿਲ ਗਏ ਕਰਨ ਦੇ, 3 ਨੰਬਰ ਦੇ ਮਿਲ ਗਏ ਉੱਚੀ ਕਰਨ ਦੇ। 2 ਨੰਬਰ ਨੂੰ ਕੀ ਅੱਗ ਲੱਗੀ ਸੀ ਵੀ ਜਿਹੜੀ ਬੁਝੀ ਨਹੀਂ? 3 ਨੰਬਰ 'ਚ ਨਵੀਆਂ ਲੱਗੀਆਂ, 3 ਨੰਬਰ ਦਾ ਨਵੀਆਂ। ਉਦੋਂ ਇੱਥੋਂ ਵਾਸਤੇ ਕਿਉਂ ਨਾ ਆਈਆਂ? ਵਿੱਕੀ ਜੀ ਮੈਂ ਬੇਨਤੀ ਕਰੂੰਗਾ, ਉਸ ਤੋਂ ਬਾਅਦ ਸਾਡੀ ਕੋਈ ਹਾਊਸ ਦੀ ਮੀਟਿੰਗ ਨਹੀਂ ਹੋਈ। ਜਦੋਂ ਮੀਟਿੰਗ ਵੇਲੇ ਤੁਸੀਂ ਸੰਜੇ ਜੀ ਜਦੋਂ ਉਹ 3 ਨੰਬਰ ਗਲੀ ਕਰਵਾਈ ਸੀ ਚੁਣਾਵ, ਤੇ ਇਹ ਵੀ ਚੁਣਾਵ ਤੋਂ ਪਹਿਲਾਂ ਸੀ। ਇਹ ਕਿਹੜੇ ਗਲੀ ਬਾਅਦ ਚ ਬਣੀ ਹੈ? ਠੇਕੇਦਾਰ ਜਿੰਨਾ ਕੰਮ ਕਰੂਗਾ ਉਨਾ ਹੀ ਹੋਊਗਾ ਨਾ ਜੀ। ਮੇਰੀ ਗੱਲ ਸੁਣੋ ਨਾ, ਤੁਸੀਂ 3 ਵਾਲੀ ਕਿਵੇਂ ਕਰਾ ਲਈ? 2 ਕਿਉਂ ਨਹੀਂ ਕਰਵਾਈ? ਮੈਂ ਸੁਣੋ, ਉਸ ਤੋਂ ਬਾਅਦ ਇਹਨਾਂ ਨੂੰ ਮੈਂ ਇਹਨਾਂ ਨੂੰ ਮੈਂ ਕਿਹਾ ਮੈਂ ਚਲਾ, ਮੈਂ ਕਿਹਾ ਮੇਰੀ ਕਮਿਸ਼ਨਰ ਮੈਡਮ ਨਾਲ ਗੱਲ ਹੋ ਚੁੱਕੀ। ਜਵਾਬ ਛੱਡ ਦਿਓ, ਕਮਿਸ਼ਨਰ ਮੈਡਮ ਬਾਅਦ ਚ ਆਏ ਨੇ। ਕਮਿਸ਼ਨਰ ਮੈਡਮ ਸੰਜੇ ਜੀ ਪਹਿਲਾਂ ਛੱਡ ਦਿਓ, ਵਧਾਈਆਂ ਛੱਡ ਦਿਓ, ਕੀ ਫਾਇਦਾ? ਉਹ ਲੱਡੂ ਹੁਣ ਖਤਮ ਹੋ ਗਏ ਨੇ। ਮੈਂ ਇਹ ਕਹਿੰਦਾ ਵੀ ਜਦੋਂ ਤੁਸੀਂ 3 ਨੰਬਰ ਗਲੀ ਬਣਵਾਈ, ਉਦੋਂ ਨਵੀਆਂ ਟਾਈਲਾਂ ਲਵਾਈਆਂ, ਉਦੋਂ ਕੀ ਪ੍ਰੋਬਲਮ ਸੀ ਵੀ 2 ਨੰਬਰ ਗਲੀ ਦਾ ਨਾਲ ਦੀ ਨਾਲ ਉਹਨੂੰ ਕਹਿਣਾ ਸੀ ਕਿੱਡੀ ਕੁ ਗੱਲ ਹੈ, ਇੱਕ ਗਲੀ ਹੋਰ ਹੈ ਕਰ ਦੇ। ਮੈਂ ਕਹਿੰਦਾ ਜੀ, ਜੇਈ ਨੇ ਐਸਡੀਓ ਨੇ ਸਾਡੇ ਪੈਰ ਨਹੀਂ ਲੱਗਣ ਦਿੱਤੇ। ਉਹ ਕਹਿੰਦੇ ਨਾਲੀਆਂ ਹੁਣੇ ਲੁੱਕ ਪਈ ਹੈ, ਅਸੀਂ ਜਵਾਬ ਕੀ ਦੇਵਾਂਗੇ? ਉਧਰ ਲੁੱਕ ਨਹੀਂ ਸੀ ਪਈ ਕਿੱਥੇ ਕਿੰਨੇ ਦੇ ਵਿੱਚ ਉਹ ਗਲੀ ਦਾ ਬਾਹਲਾ ਖਸਤਾ ਹਾਲਤ ਸੀ। ਕੀ ਨਹੀਂ ਇੱਥੇ ਨਹੀਂ 1 ਮਿੰਟ ਐਮਸੀ ਸਾਹਿਬ 1 ਮਿੰਟ ਮੇਰੀ ਗੱਲ ਸੁਣੋ। ਤੁਹਾਨੂੰ ਕੀ ਲੱਗਦਾ ਵੀ ਇੱਥੇ ਆਪਾਂ ਚੌਲ ਪਾ ਕੇ ਖਾ ਲਾਂਗੇ? ਸੁਣੋ, ਜਦੋਂ ਕੰਮ ਰੂਟੀਨ 'ਚ ਚੱਲਦਾ ਨਾ, ਰੂਟੀਨ 'ਚ ਵੋਟਾਂ ਤੋਂ ਪਹਿਲੇ ਹੋ ਗਿਆ, ਉਸ ਤੋਂ ਬਾਅਦ ਅਗਲੇ ਕਿਸੇ ਉਹੀ ਬੇਨਤੀ ਕਰ ਰਹੇ ਆ, ਤੁਸੀਂ ਮੇਰੀ ਗੱਲ ਨੂੰ ਫਿਰ ਕਿਉਂ ਨਹੀਂ ਅੰਡਰਸਟੈਂਡ ਕਰ ਰਹੇ? ਵੋਟਾਂ ਤੋਂ ਪਹਿਲਾਂ ਉਹ ਬਣਿਆ, 1 ਮਿੰਟ ਬ੍ਰਦਰ, ਵੋਟਾਂ ਤੋਂ ਪਹਿਲਾਂ ਉਹ ਬਣੀ, ਠੀਕ ਆ। ਉਸ ਗਲੀ ਦੇ ਬਹੁਤ ਮਾੜਾ ਹਾਲਾਤ ਸੀ, ਤੁਸੀਂ ਬਹੁਤ ਚੰਗਾ ਕੰਮ ਕੀਤਾ। ਮੈਂ ਇਹੀ ਕਹਿੰਦਾ ਵੀ ਇਹ ਕਿਹੜਾ ਇੱਥੇ ਚੌਲ ਪਾ ਕੇ ਖਾਂਦੇ ਨੇ, ਇੱਥੇ ਵੀ ਬਹੁਤ ਬੁਰਾ ਹਾਲ ਹੈ। ਜਨਾਬ ਇੱਕ ਮੈਂ ਬੇਨਤੀ ਕਰੂੰਗਾ, ਇਹਨਾਂ ਦੀ ਮੰਮੀ ਨੂੰ ਪੁੱਛੋ, ਠੇਕੇਦਾਰ ਦਾ ਜਿਹੜਾ ਬੰਦਾ ਕੰਮ ਨਹੀਂ ਕਰ ਰਿਹਾ ਸੀ, ਮੈਂ ਆਪਣੇ ਪੱਲੋਂ ਪੈਸੇ ਦੇ ਕੇ ਉਹ ਆਪਣਾ ਲੇਬਰ ਆਪਦੀ ਲਿਆ ਕੇ ਮੈਂ ਆਪਦੇ ਉਹ ਹਿਸਾਬ ਨਾਲ ਕਰਾਇਆ ਵੀ ਇਹ ਗਰੀਬਾਂ ਤੋਂ ਪੈਪਾਂ ਬਾਰ-ਬਾਰ ਨਹੀਂ ਪੈਣੀ। ਇਹਨਾਂ ਨੂੰ ਪੁੱਛੋ। ਉਹ ਮੁੱਦਾ ਬਾਅਦ ਹੈ, ਉਹ ਮੁੱਦਾ ਮੈਂ ਸੰਜੇ ਕਿ ਮੈਂ ਕਰੂੰਗਾ ਬਾਅਦ ਹੈ, ਉਹ ਮੁੱਦਾ ਬਾਅਦ ਹੈ। ਨਹੀਂ ਸੁਣੋ, ਨਹੀਂ ਇੱਕ ਸੁਣੋ ਵੀ ਜਿਹੜੇ ਕੰਮ ਠੇਕੇਦਾਰ ਦੇ ਬੰਦੇ ਕੰਮ ਕਰ ਰਹੇ ਸੀ। ਹਲੋ ਬਹੁਤ ਥੈਂਕ ਯੂ ਤੁਹਾਡਾ, ਪਰ ਗੱਲ ਸਰ ਮੇਰੀ ਗੱਲ ਸੁਣੋ, ਤੁਸੀਂ ਜਿਹੜਾ ਕੰਮ ਕੀਤਾ ਉਹਦੇ ਲਈ ਥੈਂਕ ਯੂ ਵੀ ਕਰਤਾ, ਪਰ ਗੱਲ ਮੈਂ ਫਿਰ ਤੁਹਾਨੂੰ ਇਹ ਕਹਿ ਰਿਹਾ ਵੀ ਇਹ ਪਾਰਸ਼ੈਲਿਟੀ ਕਿਉਂ? ਵੀ ਜਦੋਂ 3 ਨੰਬਰ ਦੇ ਵਿੱਚ ਨਵੀਆਂ ਟਾਈਲਾਂ ਪੈ ਗਈਆਂ, ਇੱਥੇ ਉਹਦੇ ਹਾਲਾਤ ਬਹੁਤ ਮਾੜੇ ਸੀ, ਇਹਦੇ ਤੁਹਾਨੂੰ ਚੰਗੇ ਲੱਗੇ? ਟਾਈਲਾਂ ਇਸ 'ਚ ਵੀ ਲੱਗੂ, ਸਮਾਂ ਲੱਗਦਾ ਹੁੰਦਾ। ਅਗਰ ਮੈਂ ਕਹਾਂ ਵੀ ਕਿਸੇ ਦੇ ਮਹਿਲ ਨੂੰ ਦੇਖ ਕੇ ਮੈਂ ਆਪਣੀ ਝੋਪੜੀ ਢਾਲਾਂ, ਭਰਾਵਾ ਨਾਲ ਦਾ ਮਹਿਲ ਕੀ ਸੀ? ਕਮਾਲ ਦੀ ਗੱਲ, ਉਹ ਮਹਿਲ ਸੀ। ਉਹ ਜੇ ਸੜਕ ਖਰਾਬ ਸੀ, ਇਹ ਵੀ ਖਰਾਬ ਹੈ, ਤੈਨੂੰ ਉੱਚਾ ਕਿਉਂ ਨਹੀਂ ਕਰਾਇਆ? 3 ਨੰਬਰ ਬਣ ਗਈ, ਪ੍ਰੋਸੈਸ 'ਚ ਚੱਲ ਰਿਹਾ ਹੈ। ਉਹ ਪ੍ਰੋਸੈਸ ਉਹ ਪਹਿਲਾਂ ਚਲਾ ਗਿਆ। ਤੁਹਾਨੂੰ ਆ 2 ਗਲੀਆਂ ਨਾਲ ਦਿਖੀਆਂ ਨਹੀਂ? ਕਿੱਚੀ ਦੀਆਂ 2 ਗਲੀਆਂ ਨਾਲ ਇਹ ਗਲੀਆਂ ਦਿਖੀਆਂ। ਅਗਰ ਮੈਂ ਕੰਮ ਨਾ ਕਰ ਰਿਹਾ ਹਾਂ, ਮੈਂ ਕਮਿਸ਼ਨਰ ਮੈਡਮ ਸਾਲ ਹੋ ਗਿਆ, ਕਮਾਲ ਹੈ। ਤੁਸੀਂ 3 ਨੰਬਰ ਵੋਟਾਂ ਤੋਂ ਪਹਿਲਾਂ ਤਾਂ ਸੁਣੋ, ਨਹੀਂ 6 ਮਹੀਨੇ ਵੋਟਾਂ ਤੋਂ ਪਹਿਲਾਂ ਕੋਡ ਆਫ ਕੰਡਕਟ ਲੱਗ ਗਿਆ ਸਰ। 6 ਮਹੀਨੇ ਤਾਂ ਇਹ ਗੱਲ ਹੋ ਗਈ। ਮੈਡਮ ਨੂੰ ਹੋਏ ਨੂੰ ਜਦੋਂ ਮੈਡਮ ਨੂੰ ਛੱਡੋ, ਉਦੋਂ ਪਹਿਲਾਂ ਦੀਆਂ ਬਣੀਆਂ ਨੇ। ਕਿਹੜੀ ਗਲੀ ਦਾ ਕੰਮ ਚੱਲ ਰਿਹਾ? ਆਪਾਂ ਮੈਡਮ ਨੂੰ ਛੱਡ, ਮੈਂ ਇਹੀ ਕਹਿ ਰਿਹਾ ਜਿਹੜੀ 3 ਨੰਬਰ ਗਲੀ ਬਣੀ ਹੈ ਜਾਂ ਉਦੋਂ ਪਹਿਲਾਂ ਜਿਹੜੀਆਂ ਗਲੀਆਂ ਬਣੀਆਂ ਸਰ, ਉਹ ਵੋਟਾਂ ਤੋਂ ਪਹਿਲਾਂ ਬਣੀਆਂ ਜੀ। ਉਦੋਂ ਕਿਉਂ ਨਹੀਂ ਇਹ ਬਣਾਈ? ਇੱਕੋ ਦਮ ਆਪਾਂ ਨਿਉ ਤੋਂ ਇੱਕੋ ਦਮ ਮਕਾਨ ਬਣਾ ਦਾਂਗੇ। ਇਹਦੀ ਗਲੀ ਨਿਉ ਪੱਟਣੀ ਸੀ? ਨਹੀਂ, ਇਹਦੀ ਗਲੀ ਨਿਉ ਪੱਟਣੀ ਸੀ। ਸਟੈਪ ਬਾਈ ਸਟੈਪ ਹੀ ਕੰਮ। ਤੇ ਸਟੈਪ ਫਿਰ ਆ ਦੂਜੀ ਪਹਿਲਾਂ ਆਣੀ ਸੀ ਨਾ, ਇੱਕ ਤੋਂ ਬਾਅਦ ਦੂਜੀ, ਤੇ ਦੂਜੀ ਤੋਂ ਬਾਅਦ ਤੀਜੀ। ਹੁਣ ਆਪਾਂ 3 ਪਹਿਲਾਂ ਬਣ ਗਈ, ਦੂਜੀ ਛੱਡਤੀ, ਉਹ ਤੋਂ ਪਹਿਲਾਂ ਵਾਲੀਆਂ ਬਣੀਆਂ। ਕੋਈ ਨਹੀਂ ਮਨਸਾ ਆ ਕੀ ਹੈ ਫਿਰ? ਕੋਈ ਵੀ ਯਾਨੀ ਕਿ ਵੀ ਨਹੀਂ ਚਾਹੁੰਦਾ ਵੀ ਸਾਡੀ ਯਾਨੀ ਕਿ ਵੀ ਕੋਈ ਆਪਣੀ ਗਲੀ ਰਵੇ, ਮੇਰਾ ਕੋਈ ਘਰ ਰਵੇ। ਯਾਰ ਰਹਿ ਗਈ ਨਾ, ਰਹਿ ਗਈ ਕਿ ਨਹੀਂ ਰਹਿ ਗਈ? ਮੇਰੀ ਕੋਸ਼ਿਸ਼ ਇਹੀ ਹੈ ਵੀ ਇਹ ਬਣੇ। ਯਾਰ ਸਿੱਧਾ ਦੱਸੋ ਵੀ ਤੁਹਾਨੂੰ ਵੋਟਾਂ ਨਹੀਂ ਸੀ ਪਾਈਆਂ ਇਹਨਾਂ ਨੇ? ਗੱਲ ਇਹ ਹੈ ਵੋਟਾਂ ਪਾਈਆਂ ਤੇ ਫਿਰ ਕਿਉਂ ਨਹੀਂ ਵੀ ਪਾਈਆਂ, ਫਿਰ ਵੀ ਮੇਰੇ ਹੈ ਜਿਹਨੇ। ਯਾਰ ਗੱਲ ਦੇਖੋ, ਗੱਲ ਇਹ ਹੈ ਵੀ ਸਿਸਟਮ ਨਹੀਂ ਮੈਨੂੰ ਸਮਝ ਆਇਆ। ਜਦੋਂ ਵੋਟਾਂ ਤੋਂ ਪਹਿਲਾਂ ਇਹ ਗਲੀਆਂ ਬਣੀਆਂ ਨੇ, 1 ਨੰਬਰ ਬਣ ਗਈ, 3 ਬਣ ਗਈ, ਆਪ ਐਮਸੀ ਸਾਹਿਬ ਕਹਿ ਰਹੇ ਨੇ। ਪਹਿਲੀ ਗੱਲ ਤਾਂ ਇਹ ਹੈ, ਮੇਰੀ ਬੇਨਤੀ ਸਾਰੇ ਐਮਸੀ ਜਿਹੜੀਆਂ ਸਾਡੀਆਂ ਭੈਣਾਂ ਐਮਸੀ ਬਣੀਆਂ ਨੇ, ਉਹਨਾਂ ਨੂੰ ਕੰਮ ਸਿਖਾਓ। ਜ਼ਰੂਰੀ ਨਹੀਂ ਹਰ ਬੰਦੇ ਨੇ ਆਪਣੀ ਜਨਾਨੀ ਦਾ ਕੰਮ ਆਪ ਕਰਨਾ। ਮੇਰੀ ਜਨਾਨੀ ਟੀਚਰ ਲੱਗੀ ਹੈ, ਫਿਰ ਕੱਲ ਨੂੰ ਮੈਂ ਵੀ ਪ੍ਰਿੰਸੀਪਲ ਨੂੰ ਜਾ ਕੇ ਕਹਿਣਾ ਵੀ ਅੱਜ ਮੇਰੀ ਜਨਾਨੀ ਨਹੀਂ ਆ ਸਕਦੀ ਜੀ, ਮੈਂ ਆ ਕੇ ਪੜਾਉਂਗਾ।
ਇਹ ਨਹੀਂ ਬੇਨਤੀ ਹੈ ਸਾਡੀਆਂ ਭੈਣਾਂ ਨੇ ਉਹਨਾਂ ਨੂੰ ਬਰਾਬਰ ਦਾ ਦਰਜਾ ਦਿਓ ਉਹਨਾਂ ਨੂੰ ਦੱਸੋ ਵੀ ਇਹ ਕੰਮ ਇਦਾਂ ਹੁੰਦੇ ਆ ਤੁਸੀਂ ਜਿਹੜੇ ਕੰਮ ਕਰ ਲਏ 1+1 ਕਰੋ ਬਹੁਤ ਚੰਗੀ ਗੱਲ ਹੈ ਪਰ ਉਹਨਾਂ ਨੂੰ ਸੁਣੋ ਫ੍ਰੀ ਮਿਲਿਆ ਹੋਇਆ ਨਹੀਂ ਫ੍ਰੀ ਪਰ ਜਿਹੜਾ ਕੰਮ ਨਾਲ ਇੱਕ ਫ੍ਰੀ ਮਿਲਿਆ ਹੋਇਆ ਜਿਹਨੂੰ ਮੈਨੂੰ ਪਤਾ ਸੀ ਡਾਇਲੌਗ ਮੈਂ ਪਹਿਲਾਂ ਤੁਹਾਡਾ ਬੋਲਤਾ ਮੈਂ ਤਾਂ ਪਹਿਲਾਂ ਤੁਹਾਨੂੰ ਕਹਤਾ ਪਰ ਜਿਹੜਾ ਬੰਦੇ ਨੂੰ ਕੰਮ ਮਿਲਿਆ ਨਹੀਂ ਨਹੀਂ ਇੱਕ ਮਿੰਟ ਜਿਹੜੇ ਬੰਦੇ ਨੂੰ ਕੰਮ ਉਹ ਸਰ ਜਿਹੜੇ ਬੰਦੇ ਨੂੰ ਕੰਮ ਮਿਲਿਆ ਸੁਣ ਸੰਜੇ ਜੀ ਜਿਹੜੇ ਬੰਦੇ ਨੂੰ ਕੰਮ ਮਿਲਿਆ ਨਾ ਉਹਨੂੰ ਅੱਗੇ ਰੱਖੀਦਾ ਹੁੰਦਾ ਜਿਹੜਾ ਫ੍ਰੀ ਹੈ ਨਾ ਉਹ ਫ੍ਰੀ ਵਾਲਾ ਬਾਅਦ ਚ ਕੰਮ ਕਰਦੇ ਉਹ ਹੁੰਦਾ ਤੁਸੀਂ ਇਹ ਕਹ ਲਓ ਵੀ ਯਾਰ ਵਧੀਆ ਹੁੰਦਾ ਨਾ ਵੀ ਜਦੋਂ ਕੋਈ ਸਮਾਨ ਲੈ ਲਿਆ ਉਹਦੇ ਨਾਲ ਝੂੰਗਾ ਮਿਲ ਗਿਆ ਇਹ ਉਹ ਵਾਲੀ ਗੱਲ ਹੈ ਠੀਕ ਹੈ ਇਸ ਕਰਕੇ ਮੇਰੀ ਬੇਨਤੀ ਸਾਰੇ ਐਮਸੀਆਂ ਨੂੰ ਹੈ ਸਾਰੇ ਜਿਹੜੇ ਮੇਰੇ ਭੈਣਾਂ ਜਿਹੜੀਆਂ ਮੇਰੀ ਐਮਸੀ ਬਣੀਆਂ ਅਸੀਂ ਉਹਨਾਂ ਨੂੰ ਬਰਾਬਰ ਦਾ ਦਰਜਾ ਦੇਣਾ ਅਸੀਂ ਇਹ ਨਹੀਂ ਵੀ ਨਾਮ ਦੀ ਤਾਂ ਐਮਸੀ ਸਾਡੀਆਂ ਭੈਣਾਂ ਨੇ ਤੇ ਭਰਾ ਸਾਡੇ ਜਿਹੜੇ ਨੇ ਇਹੋ ਜਿਹੇ ਜਾਂ ਹੋਰ ਨੋ ਡਾਊਟ ਕੰਮ ਬਹੁਤ ਵਧੀਆ ਕਰਦੇ ਨੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਪਰ ਫਾਇਦਾ ਕੀ ਜਿਨ੍ਹਾਂ ਨੂੰ ਹੱਕ ਜਿਹੜਾ ਮਿਲਿਆ ਉਹ ਆਪਾਂ ਕੱਲ ਨੂੰ ਹਾਊਸ ਦੇ ਵਿੱਚ ਉਹ ਕੀ ਜਾ ਕੇ ਗੱਲ ਕਰਨਗੇ ਕਿਉਂਕਿ ਹਸਬੈਂਡ ਜਾ ਨਹੀਂ ਸਕਦੇ ਅੰਦਰ ਹਾਊਸ ਦੀ ਮੀਟਿੰਗ ਦੇ ਵਿੱਚ ਉਹ ਕੀ ਮੁੱਦਾ ਚੱਕਣਗੀਆਂ ਵੀ ਉੱਥੇ ਗਲੀ ਦੇ ਵਿੱਚ ਮੇਰੀ ਲੋਕਾਂ ਨਾਲ ਆਹ ਗੱਲ ਹੋਈ ਕਿ ਤੁਹਾਡਾ ਇੱਕ ਡਾਇਲੌਗ ਪਹਿਲਾਂ ਸੁਣਨਗੀਆਂ ਫਿਰ ਉੱਥੇ ਜਾ ਕੇ ਉਹਦੇ ਵਿੱਚ ਜਵਾਬ ਦੇਣਗੀਆਂ ਕੋਈ ਮੁੱਦਾ ਚੱਕਣਗੀਆਂ ਹੈ ਕੋਈ ਇਦਾਂ ਦਾ ਕੋਈ ਸਵਾਲ ਸਰ ਤੁਸੀਂ ਜਿੰਨੀਆਂ ਮੇਰੇ ਨਾਲ ਗੱਲਾਂ ਕੀਤੀਆਂ ਠੀਕ ਹੈ ਮੁੱਦਾ ਹੁਣ ਤੁਹਾਨੂੰ ਸਮਝ ਆ ਕੱਲ ਨੂੰ ਭੈਣ ਸਾਡੀ ਹਾਊਸ ਦੀ ਮੀਟਿੰਗ 'ਚ ਜਾਂਦੀ ਹੈ ਉੱਥੇ ਕੀ ਮੁੱਦਾ ਚੱਕੇਗੀ ਵੀ ਜਨਾਬ ਉਹ ਮੇਰੇ ਹਸਬੈਂਡ ਗਏ ਸੀਗਾ ਜੀ ਉਹ 2 ਨੰਬਰ ਗਲੀ ਦੇ ਵਿੱਚ ਆਹ ਮਸਲਾ ਲੋਕਾਂ ਨੇ ਉਹਨਾਂ ਨੂੰ ਆਹ ਕਿਹਾ ਜਿਹੜੀ ਗੱਲ ਇੱਥੇ ਹੋਈ ਹੋਣੀ ਹੈ ਉੱਥੇ ਉਹ ਗੱਲ ਨਹੀਂ ਪਹੁੰਚਣੀ ਕਿਉਂਕਿ ਹਾਊਸ ਦੀ ਮੀਟਿੰਗ ਦੇ ਵਿੱਚ ਸਿਰਫ ਐਮਸੀਆਂ ਨੇ ਜਾਣਾ ਇਸ ਕਰਕੇ ਬੇਨਤੀ ਸਾਰੇ ਐਮਸੀਆਂ ਨੂੰ ਜਿੰਨੀਆਂ ਮੇਰੀਆਂ ਭੈਣਾਂ ਜਿੱਤੀਆਂ ਨੇ ਐਮਸੀ ਬਣੀਆਂ ਤੁਸੀਂ ਆਪ ਦੇਖਿਆ ਕਰੋ ਨਾਲ ਠੀਕ ਹੈ ਇੱਕ ਨਾਲ ਇੱਕ ਫ੍ਰੀ ਬਹੁਤ ਚੰਗੀ ਗੱਲ ਹੈ ਮੈਂ ਤਾਂ ਪਹਿਲਾਂ ਹੀ ਕਿਹਾ ਮੈਨੂੰ ਪਤਾ ਸੀ ਇਹ ਡਾਇਲੌਗ ਆਉਣਾ ਸਾਹਮਣੇ ਵੀ ਇੱਕ ਨਾਲ ਇੱਕ ਫ੍ਰੀ ਹੈ ਪਰ ਜਿਹਦਾ ਹੱਕ ਪਹਿਲਾਂ ਬਣਦਾ ਉਹਨੂੰ ਅੱਗੇ ਰੱਖੀਦਾ ਹੁੰਦਾ ਪਿਛਲਾ ਬੰਦਾ ਜਿਹੜਾ ਫ੍ਰੀ ਵਾਲਾ ਹੁੰਦਾ ਉਹ ਥੋੜਾ ਪਿੱਛੇ ਰਹਿੰਦਾ ਭਾਵੇਂ ਉਹਦਾ ਘਰ ਵਾਲਾ ਭਰਾ ਪਤੀ ਪਰਮੇਸ਼ਵਰ ਕੁਝ ਵੀ ਹੈ ਉਹ ਪਿੱਛੇ ਰਵੇ ਤੇ ਹੱਕ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਕੱਲ ਨੂੰ ਮੈਂ ਵੀ ਮੇਰੇ ਹੁਣ ਮੈਡਮ ਦੇ ਪ੍ਰਿੰਸੀਪਲ ਨੂੰ ਜਾ ਕੇ ਕਹਿੰਦਾ ਵੀ ਮੇਰੀ ਜਨਾਨੀ ਜਿਹਨੇ ਕੋਈ ਜੇ ਛੁੱਟੀ ਕੀਤੀ ਤਾਂ ਉਹਦੀ ਤਨਖਾਹ ਨਾ ਕੱਟਿਓ ਜੀ ਮਹਾਰਾਜ ਮੈਂ ਆ ਕੇ ਪੜ੍ਹਾ ਦਿਆ ਕਰੂੰਗਾ ਮੈਂ ਵੀ ਪੜ੍ਹਿਆ ਲਿਖਿਆ ਇਸ ਕਰਕੇ ਕਦੀ ਕਿਸੇ ਪਾਸੇ ਨਹੀਂ ਹੋਇਆ ਐਮਐਲਏ ਜੇ ਕੋਈ ਬਣ ਜੇ ਤਾਂ ਐਮਐਲਏ ਕਵੇ ਵੀ ਨਹੀਂ ਜੀ ਮੇਰਾ ਸਪੋਜ਼ ਕਰੋ ਕੋਈ ਜੈਂਟਸ ਹੈ ਤੇ ਮੇਰੀ ਜਨਾਨੀ ਆ ਕੇ ਐਮਐਲਏ ਦਾ ਕੰਮ ਕਰੂਗੀ ਕਿਤੇ ਦੇਖਿਆ ਇਹ ਬੰਦਿਆਂ ਨੂੰ ਹੀ ਹੈ ਵੀ ਮੇਰੀ ਜਨਾਨੀ ਐਮਸੀ ਬਣੀ ਹੈ ਤੇ ਕੰਮ ਮੈਂ ਦੇਖੂੰਗਾ ਕਿਉਂ ਵਿਸ਼ਵਾਸ ਨਹੀਂ ਜਨਾਨੀਆਂ ਤੇ ਵੀ ਇਹ ਕੰਮ ਕਰ ਲੈਣਗੀਆਂ ਉਹ ਭਰਾਵਾ ਜਿਹਨੇ ਦੁਨੀਆ ਰਚੀ ਹੈ ਕੰਮ ਕਰ ਲੈਂਦੀਆਂ ਬਹੁਤ ਸਿਆਣੀਆਂ ਹੁੰਦੀਆਂ ਜਨਾਨੀਆਂ ਇਸ ਕਰਕੇ ਮੁੱਦਾ ਹੋਰ ਸੀ ਮੈਂ ਹੋਰ ਪਾਸੇ ਲੈ ਗਿਆ ਉਹਦਾ ਵੀ ਕਾਰਨ ਸੀ ਪਰ ਇਹ ਹੁਣ ਸੜਕ ਹੈ ਜਿਹੜੀ ਇਹਨੂੰ ਬਣਾ ਦਿਓ ਛੱਡ ਦਿਓ ਰਿਕਾਰਡਿੰਗ ਬਾਅਦ ਸੁਣਾ ਦੇਂਗੇ ਕੋਈ ਗੱਲ ਨਹੀਂ ਪਰ ਬੇਨਤੀ ਇਹ ਹੈ ਪਾਰਸ਼ੈਲਿਟੀ ਨਾ ਕੀਤੀ ਜਾਵੇ 1 ਨੰਬਰ ਗਲੀ ਬਣ ਗਈ 3 ਬਣ ਗਈ ਉਹ ਜਿਹੜੀ 1 ਤੇ 2 ਰਹਿ ਗਈਆਂ 3 ਤੋਂ ਕੰਮ ਸ਼ੁਰੂ ਹੋ ਗਿਆ ਸੀਗਾ ਪਾਰਸ਼ੈਲਿਟੀ ਨਾ ਹੋਵੇ ਮੇਰੀ ਹੁਣ ਲਾਸਟ ਚ ਤੁਹਾਨੂੰ ਹੱਥ ਬੰਨ੍ਹ ਕੇ ਇੱਕ ਬੇਨਤੀ ਕਮਿਸ਼ਨਰ ਸਾਹਿਬ ਕੋਲ ਜਾਓ ਉਹਨਾਂ ਨੂੰ ਕਹੋ ਮਹਾਰਾਜ 6 ਮਹੀਨੇ ਹੋ ਗਏ ਮੇਰੇ ਨਾਲ ਚੱਲੋ ਲੋਕੀ ਮੇਰੇ ਵਾਲਾਂ ਨੂੰ ਆ ਗਏ ਤੇ ਮੈਨੂੰ ਬਚਾਓ ਇਹ ਬੇਨਤੀ ਹੱਥ ਬੰਨ੍ਹ ਕੇ ਭਰਾ ਹੋ ਤੁਸੀਂ ਸਹਿਮਤ ਦੇਖੋ ਜੀ ਸੁਣੋ ਕਾਰਨ ਕੀ ਹੈ ਇਹ ਜਿੰਨਾ ਇਹਨਾਂ ਦਾ ਗੁੱਸਾ ਵੀ ਵਾਜਿਬ ਹੈ ਆਪਣੇ ਤੇ ਗੁੱਸਾ ਹੁੰਦਾ ਆਪਣੇ ਤੇ ਗੁੱਸਾ ਹੁੰਦਾ ਔਰ ਮੈਂ ਸਿਰ ਮੱਥੇ ਤੇ ਲੈਣਾ ਇਹਨਾਂ ਦਾ ਗੁੱਸਾ ਕਿਉਂਕਿ ਦੇਖੋ ਆਪਣੇ ਆ ਉਹ ਨਾਰਾਜ਼ਗੀ ਵੀ ਇਹਨਾਂ ਦੇ ਮੇਰੇ ਤੇ ਹੋਊਗੀ ਕਿ ਤੀਜੇ ਤੇ ਨਹੀਂ ਹੋਊਗੀ ਔਰ ਅੱਜ ਇਹਨਾਂ ਦੇ ਨਾਲ ਸਾਹਮਣੇ ਲਿਜਾ ਕੇ ਕਈ ਵਾਰੀ ਕੀ ਚੀਜ਼ ਹੈ ਵੀ ਮੈਂ ਜਿਹੜੀ ਮੀਡੀਆ ਦੇ ਸਾਹਮਣੇ ਦੱਸ ਰਿਹਾ ਕਮਿਸ਼ਨਰ ਸਾਹਿਬ ਦੇ ਸਾਹਮਣੇ ਕੀਤਾ ਮੈਂ ਗੱਲ ਕੀਤੀ ਨਾ ਹੋਵੇ ਸੋ ਅੱਜ ਮੈਂ ਪੰਚਾਇਤ ਨੂੰ ਨਾਲ ਲਿਜਾ ਕੇ ਗਲੀ ਵਾਲਿਆਂ ਨੂੰ ਘੰਟੇ ਤੱਕ ਮੈਂ ਜਾਣਾ ਨਗਰ ਨਿਗਮ ਕਮਿਸ਼ਨਰ ਮੈਡਮ ਨੂੰ ਮਿਲ ਕੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇਹ 2 ਗਲੀਆਂ ਦਾ ਵੀ ਉਪਕਾਰ ਕਰ ਦਿਓ ਫੰਡਿੰਗ ਦੀ ਕੋਈ ਕਮੀ ਨਹੀਂ ਹੈ ਇਹ ਗਲੀਆਂ ਵੀ ਜਿਵੇਂ ਅਸੀਂ ਉਹ ਕਰਾਈਆਂ ਇਹ ਵੀ ਕੰਪਲੀਟ ਕਰ ਦਿਓ ਧੰਨਵਾਦ ਜੀ ਬਿਲਕੁਲ ਮੈਂ ਉਹੀ ਕਹਿੰਦਾ ਦੇਖੋ ਇਹ ਚੰਗੀ ਗੱਲ ਕੀਤੀ ਤੁਸੀਂ ਅੱਜ ਅੱਛਾ ਦੂਜੀ ਗੱਲ ਇਹ ਹੈ ਇਹ ਸਾਰੇ ਮਹੱਲੇ ਵਾਲੇ ਜਾਣਗੇ ਮੈਨੂੰ ਹੁਕਮ ਲਾ ਦਿਓ ਮੈਂ ਵੀ ਤੁਹਾਡਾ ਤਾਬੇਦਾਰ ਹਾਂ ਸੇਵਾਦਾਰ ਹਾਂ ਮੈਨੂੰ ਕਹਿ ਦਿਓ ਮੈਂ ਵੀ ਉੱਥੇ ਆ ਜਾਊਂਗਾ ਜੋ ਕਮਿਸ਼ਨਰ ਸਾਹਿਬ ਨਾਲ ਗੱਲ ਹੋਈ ਵੀ ਉਹਨਾਂ ਨੇ ਹੁਣ ਕੀ ਆਸ਼ਵਾਸਨ ਦਿੱਤਾ ਉਹ ਆਪਾਂ ਫਿਰ ਸਾਰਿਆਂ ਦੇ ਸਾਹਮਣੇ ਰੱਖ ਲਾਂਗੇ ਕਿਉਂਕਿ ਮੇਰਾ ਮਕਸਦ ਇਹੀ ਹੁੰਦਾ ਵੀ ਕਿਤੇ ਵੀ ਹੁਣ ਜੇ ਅੱਜ ਐਮਸੀ ਸਾਹਿਬ ਆਏ ਨੇ ਐਮਸੀ ਸਾਹਿਬ ਦੇ ਹਸਬੈਂਡ ਆਏ ਨੇ ਤਾਂ ਉਹ ਗੱਲ ਕਲੀਅਰ ਹੋਊਗੀ ਹੈਨਾ ਵੀ ਹਾਂ ਠੀਕ ਹੈ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਉੱਥੇ ਭੈਣ ਨੂੰ ਸਾਡੀ ਨੂੰ ਨਾਲ ਲੈ ਜਿਓ ਕਮਿਸ਼ਨਰ ਸਾਹਿਬ ਕੋਲ ਵੀ ਉੱਥੇ ਕਹੋ ਵੀ ਯਾਰ ਸੰਜੇ ਵਿਸਵਾਲ ਕੱਲਾ ਹੀ ਆ ਗਿਆ ਤੇ ਐਮਸੀ ਨਹੀਂ ਆਈ ਫਿਰ ਉਹਨਾਂ ਕੋਲ ਇਹ ਕਲੂ ਨਾ ਹੋ ਜੇ ਵੀ ਐਮਸੀ ਕਿੱਥੇ ਹੈ ਆਪਾਂ ਕੋਈ ਕਲੂ ਛੱਡਣਾ ਨਹੀਂ ਇਸ ਕਰਕੇ ਇਹ ਮਸਲਾ ਜਿਹੜਾ ਹੈ ਨਾ ਇਹ ਹੱਲ ਹੋਊਗਾ ਜਦੋਂ ਰਲ ਕੇ ਸਾਰੇ ਕਰਦੇ ਹਾਂ ਆਪਾਂ ਤੇ ਮੇਰਾ ਕੰਮ ਹੁੰਦਾ ਹੀ ਇਹ ਹੈ ਕਿ ਮਸਲੇ ਹੱਲ ਕਰੀਏ ਪਿਆਰ ਮੁਹੱਬਤ ਦੇ ਨਾਲ ਕਿਉਂਕਿ ਸੰਜੇ ਹੋਰਾਂ ਨਾਲ ਵੈਸੇ ਮੇਰਾ ਪਿਆਰ ਬਹੁਤ ਹੈ ਇਹ ਭਰਾ ਮੇਰਾ ਪਰ ਜਦੋਂ ਉਹੀ ਗੱਲ ਵੀ ਜਦੋਂ ਮਾਈਕ ਹੁੰਦਾ ਉਦੋਂ ਮੈਂ ਪੱਤਰਕਾਰ ਤੇ ਇਹ ਐਮਸੀ ਦਾ ਘਰ ਵਾਲਾ ਮੈਂ ਕਹਿੰਦਾ ਜਿੰਨਾ ਮੇਰਾ ਵਿੱਕੀ ਵੀਰ ਸ਼ਹਿਰ ਦੀ ਮੈਂ ਕਿਹਾ ਅਸੀਂ ਵੀ ਜਿਹੜੀ ਸਮੱਸਿਆ ਨਹੀਂ ਉਠਾ ਪਾਉਂਦੇ ਦੇਖੋ ਰਾਹ ਪੇਜ ਕੋਈ 100% ਕੰਮ ਕਰ ਲੈਂਦਾ ਕੋਈ 2% ਕੰਮ ਕਰ ਲੈਂਦਾ ਸਮਤਾ ਆਪਣੀ ਆਪਣੀ ਹੁੰਦੀ ਹੈ ਸੋ ਮੇਰੀ ਤਾਂ ਇਹੀ ਹੈ ਮੈਨੂੰ ਵੀ ਬੜੀ ਖੁਸ਼ੀ ਹੁੰਦੀ ਸੀ ਯਾਰ 2 ਗਲੀਆਂ ਹੋ ਗਈ ਕੰਪਲੀਟ ਹੋ ਜੇ ਤੇ ਮੈਨੂੰ ਵੀ ਖੁਸ਼ੀ ਹੋਗੀ ਯਾਰ ਮੈਂ ਧੰਨ ਹੋ ਗਿਆ
ਹਰੇਕ ਬੰਦੇ ਦੀ ਇੱਕ ਲਿਮਿਟ ਹੁੰਦੀ ਹੈ ਨਾ ਵੀ ਮੇਰੇ 5 ਸਾਲ ਦੇ ਕਾਰਿਆਕਾਲ 'ਚ ਇਹ ਵਧੀਆ ਕੰਮ ਹੋ ਗਏ, ਇਹ 2 ਗਲੀਆਂ ਨਾ ਰਹਿ ਜਾਣ, ਨਹੀਂ ਤਾਂ ਇਹੀ ਲੋਕ ਕਹੂ ਯਾਰ ਉਹ ਹੀ ਨਿਕੰਮਾ ਬੰਦਾ ਜਿਹੜਾ ਇਹ ਕੰਮ ਸਾਡੀ 2 ਗਲੀਆਂ ਪਿੱਠ ਪਿੱਛੇ 6 ਮਹੀਨਿਆਂ ਤੋਂ ਇੱਕ ਟਰਾਲੀ ਸਿੱਟ ਜਾਂਦੇ ਨੇ, ਮੁੜ ਕੇ 6 ਮਹੀਨੇ ਆਉਂਦੇ ਨਹੀਂ, 1.5 ਸਾਲ ਹੋ ਗਿਆ, ਸਾਲ ਸਵਾ ਸਾਲ ਆ ਹਾਲ ਆ ਬਸ। ਜਵਾਕ ਜੰਮਦਾ ਹੈ ਨਾ, ਤੇ ਜਵਾਕ ਜੰਮਦੇ ਨੂੰ ਆਪਾਂ ਚੁੰਗਣੀ ਫੜਾ ਦਿੰਨੇ ਆ, ਚੁੰਗਣੀ ਫੜਾ ਦਿੰਨੇ ਆ ਆਪਾਂ ਵੀ ਚੂਸੀ ਚੱਲ ਪੁੱਤਰ, ਉਹ ਹਾਲ ਤੁਹਾਡਾ, ਤੁਹਾਨੂੰ ਇੱਕ ਟਰਾਲੀ ਪਾ ਜਾਂਦੇ ਆ ਵੀ ਕੋਈ ਗੱਲ ਨਹੀਂ, ਬਸ ਬਹੁਤ ਜਲਦੀ ਆਪਾਂ ਕੰਮ ਕਰਦੇ ਆ। ਤੁਹਾਨੂੰ ਇਹ ਹੁੰਦਾ ਕਿਆ ਬਾਤ ਅੱਲਾ, ਹੁਣ ਆ ਮਿੱਟੀ ਪੈ ਗਈ, ਕਿੰਨਾ ਕੁ ਕੰਮ ਰਹਿ ਗਿਆ, ਤੋਂ ਬਾਅਦ ਪੱਥਰ ਪੈਣਗੇ, ਪੱਥਰਾਂ ਤੋਂ ਬਾਅਦ ਪ੍ਰੀਮਿਕਸ ਪੈ ਜੂਗੀ। ਸੋ ਇਹ ਗੱਲ ਹੈ ਵੀ ਆਪਾਂ ਫਿਰ ਵੀ ਚਲੋ, ਇਹ ਸੀ ਮੁੱਦਾ ਚੁੱਕਣ ਵਾਲੀ ਗੱਲ, ਮੁੱਦਾ ਚੁੱਕਿਆ, ਸਾਰੇ ਮਹੱਲੇ ਵਾਲੇ ਇਕੱਠੇ ਹੋਏ, ਭੈਣ ਸਾਡੀ ਐਮਸੀ, ਉਹਨਾਂ ਦਾ ਹਸਬੈਂਡ ਸੰਜੇ ਬਿਸਵਾਲ ਇੱਥੇ ਆਏ ਨੇ, ਤੇ ਇਹ ਆਸ਼ਵਾਸਨ ਜਿਹੜਾ ਹੈ ਉਹ ਦਿੱਤਾ ਕਿ ਅੱਜ ਆਪਾਂ ਕਮਿਸ਼ਨਰ ਸਾਹਿਬ ਨੂੰ ਮਿਲਦੇ ਹਾਂ, ਜਿਹੜਾ ਨਾਲ ਜਾ ਸਕਦਾ ਉਹ ਇਹਨਾਂ ਦੇ ਜਾਓ, ਤੇ ਮੈਨੂੰ ਜਿਹੜਾ ਹੁਕਮ ਲਾਉਂਗੇ, ਜੇ ਕਹੋਗੇ ਤਾਂ ਮੈਂ ਵੀ ਆ ਜਾਊਂਗਾ, ਤੇ ਆਪਾਂ ਉੱਥੇ ਵੀ ਗੱਲਬਾਤ ਕਰ ਲਾਂਗੇ। ਆਪਾਂ ਰਲ ਕੇ ਸਾਰਿਆਂ ਨੇ ਇਸ ਗਲੀ ਦਾ ਜਿਹੜਾ ਆ ਕੋੜ ਪਿਆ ਤੈਨੂੰ ਫੋਨ ਕਰ ਦੂੰਗਾ, ਠੀਕ ਹੈ, ਉਹ ਚੱਕਣਾ, ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।